ਪਹਿਲਾ ਦੁਖ ਦਾਰੂ ਸੁਖ ਰੋਗ ਪਿਆ, ਜਾਂ ਸੁਖ ਤਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੂ ਕਰੀ ਨ ਹੋਈ। ਗੁਰੂ ਸਵਾਰੀ ਸੰਗਤ ਜੀ, ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਅਮੋਲਕ ਰਚਨਾ ਸ਼੍ਰੀ ਆਸਾ ਜੀ ਦੀ ਵਾਰ ਦੀ 12ਵੀਂ ਪੌੜੀ ਹੈ, ਜਿਸ ਦੇ ਵਿੱਚ 4 ਸ਼ਲੋਕ ਅੰਕਿਤ ਹਨ। 2 ਸ਼ਲੋਕ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਅਤੇ 2 ਸ਼ਲੋਕ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਚੋਂ ਉਚਾਰਨ ਕੀਤੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਪਰਮਾਤਮਾ ਦਾ ਜੋ ਇੱਕ ਸੁਚੱਜੇ ਵਿਸ਼ਵ ਦੇ ਉੱਪਰ, ਸਮੁੱਚੇ ਸ੍ਰਿਸ਼ਟੀ ਦੇ ਉੱਪਰ ਇਨਸਾਫ ਦਾ ਜੋ ਨਿਯਮ ਹੈ, ਉਸ ਨੂੰ ਸਮਝਾਉਣਾ ਕੀਤਾ ਤੇ ਨਾਲ ਇਹ ਵੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿ ਐਸੀ ਕਲਾ ਨਾ ਖੇਡੀ ਹੈ ਜੇ ਦਰਗਹ ਗਿਆ ਹਾਰੀ ਹੈ। ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ, ਜੀਵਨ ਨੂੰ ਬਤੀਤ ਕਰਦਿਆਂ ਹੋਇਆਂ ਕਦੇ ਵੀ ਐਸਾ ਕਾਰਜ ਨਾ ਕੀਤਾ ਜਾਵੇ ਕਿ ਅਗਾਂਹ ਦਰਗਾਹ ਦੇ ਵਿੱਚ ਬਾਜੀ ਹਾਰ ਕੇ ਪਹੁੰਚੀਏ, ਸਗੋਂ ਜਿੱਤ ਪ੍ਰਾਪਤ ਕਰਕੇ ਜ਼ਿੰਦਗੀ ਦੀ ਜੋ ਬਾਜੀ ਹੈ ਉਸ ਨੂੰ ਜਿੱਤ ਕੇ ਉਜਲਾ ਮੁਖ ਲੈ ਕਰ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਹੁੰਚਿਆ ਜਾਵੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪਹਿਲੇ ਸ਼ਲੋਕ ਦੇ ਵਿੱਚ ਕੁਦਰਤ ਦਾ ਜੋ ਇਨਸਾਫ ਹੈ, ਜੋ ਮਾਲਕ ਜੀ ਵੱਲੋਂ ਰੂਪਾਂਤਰ ਕੀਤਾ ਗਿਆ, ਦਰਸਾਇਆ ਗਿਆ ਹੈ, ਉਹ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਕੇ ਸਮਝਾਇਆ ਹੈ। ਮਨੁੱਖ ਦਾ ਇੱਕ ਸੁਭਾਅ ਹੈ ਕਿ ਜਿਹੜਾ ਵੀ ਪਦਾਰਥ ਉਸ ਦੇ ਕੋਲ ਵਧੇਰੇ ਹੋਵੇਗਾ ਨਾ, ਉਸ ਦੀ ਉਹ ਦੁਰਵਰਤੋਂ ਕਰੇਗਾ, ਜਾਂ ਜਿਹੜਾ ਪਦਾਰਥ ਉਸ ਨੂੰ ਬਿਨਾਂ ਮਿਹਨਤ ਤੋਂ, ਮੁਸ਼ੱਕਤ ਤੋਂ ਪ੍ਰਾਪਤ ਹੋ ਗਿਆ, ਉਸ ਦੀ ਕਦੇ ਵੀ ਉਸ ਨੂੰ ਕੀਮਤ ਸੁਚੱਜੀ ਪ੍ਰਾਪਤ ਨਹੀਂ ਹੋਵੇਗੀ। ਤੇ ਦੁੱਖ ਤੇ ਸੁੱਖ ਕੁਦਰਤ ਵੱਲੋਂ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ, ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਇਹ ਜੀਵਨ ਦਾ ਇੱਕ ਕੌਤਕ, ਕੁਦਰਤ ਦਾ ਇੱਕ ਨਿਯਮ, ਨਿਰੰਤਰ ਦੁੱਖ ਤੇ ਸੁੱਖ ਹਨ। ਸੁੱਖਾਂ ਦੀ ਅਹਿਮੀਅਤ ਵੀ ਦੁੱਖਾਂ ਕਰਕੇ, ਜੇਕਰ ਦੁੱਖ ਜੀਵਨ ਦੇ ਵਿੱਚ ਨਾ ਆਵਣ ਤੇ ਸੁੱਖਾਂ ਦੀ ਪਹਿਚਾਨ ਹੀ ਕੋਈ ਨਹੀਂ ਹੋਵੇਗੀ। ਦਿਨ ਦੀ ਵੀ ਅਹਿਮੀਅਤ ਰਾਤ ਕਰਕੇ, ਅਗਰ ਚਾਨਣ ਹੀ ਰਹੇ ਤੇ ਰਾਤ ਦੀ ਉਡੀਕ ਕੌਣ ਕਰਦਾ ਹੋਵੇਗਾ। ਸੱਚ ਤੇ ਝੂਠ ਹੈ, ਝੂਠ ਕਰਕੇ ਹੀ ਸੱਚ ਦੀ ਮਹਾਨਤਾ ਹੈ। ਅਗਰ ਝੂਠ ਨਾ ਹੋਵੇ ਤੇ ਸੱਚ ਦੀ ਪਹਿਚਾਨ ਫਿਰ ਕੀ ਹੋਵੇਗੀ। ਸੋ ਦੋ ਪਹਿਲੂ ਹਮੇਸ਼ਾ ਹੀ ਕੁਦਰਤ ਦੇ ਵਿੱਚ ਚੱਲਦੇ ਆਏ ਹਨ, ਇੱਕ ਕਰਕੇ ਦੂਜੇ ਦੀ ਪਹਿਚਾਨ ਹੈ। ਪਰ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਸੁੱਖ ਆਉਂਦੇ ਹੋਵਨ, ਸੁੱਖ ਆਏ ਹੋਵਨ, ਤਾਂ ਮਨੁੱਖ ਜਿਹੜਾ ਹੈ ਉਹ ਜੀਵਨ ਦੀ ਸ਼ੈਲੀ ਨੂੰ ਭੁੱਲ ਜਾਂਦਾ ਹੈ। ਬਹੁਤ ਸਾਰੇ ਸੁੱਖ ਹਨ ਤੇ ਮਨੁੱਖ ਜਿਹੜਾ ਹੈ, ਜੀਵ ਜਿਹੜਾ ਹੈ, ਇਹ ਭੋਜਨ ਪ੍ਰਤੀ ਵੀ ਸੁਚੇਤ ਨਹੀਂ ਰਹੇਗਾ, ਅਵੇਸਲਾ ਹੋਵੇਗਾ, ਮਰਜ਼ਾਦਾ ਨੂੰ ਛੱਡ ਕੇ ਭੋਜਨ ਛਕੇਗਾ। ਫਿਰ ਬਹੁਤੇ ਸੁੱਖਾਂ ਦੇ ਵਿੱਚ ਬੋਲਣ ਦਾ ਵੀ ਮਨੁੱਖ ਨੂੰ ਪਤਾ ਨਹੀਂ ਲੱਗਦਾ ਹੈ, ਸੁਣਨ ਦਾ ਵੀ ਨਹੀਂ ਪਤਾ ਲੱਗਦਾ, ਕੀ ਸੁਣਨਾ, ਕੀ ਬੋਲਣਾ, ਕੀ ਵੇਖਣਾ। ਤੇ ਜਦੋਂ ਨਿਰੰਤਰ ਮਰਜ਼ਾਦਾ ਤੋਂ ਪਰੇ ਦਾ ਕਾਰਜ ਹੋਵੇਗਾ ਤੇ ਫਿਰ ਪਰਮਾਤਮਾ ਇਸ ਨੂੰ ਮਰਜ਼ਾਦਾ ਦੇ ਵਿੱਚ ਵਾਪਸ ਲਿਆਉਣ ਵਾਸਤੇ ਜੀਵਨ ਦੇ ਵਿੱਚ ਦੁੱਖ ਲੈ ਕਰ ਆਵੇਗਾ। ਤੇ ਜਦੋਂ ਦੁੱਖ ਆਵਣਗੇ, ਅਗਰ ਸਰੀਰ ਦੇ ਉੱਪਰ ਕਸ਼ਟ ਆਏ ਹਨ ਤੇ ਭੋਜਨ ਦੀ ਮਰਜ਼ਾਦਾ ਜਿਹੜੀ ਹੈ ਉਹ ਚੇਤੇ ਆਵੇਗੀ ਕਿ ਭਾਈ ਕੀ ਖਾਣਾ, ਸੰਜਮ ਦੇ ਨਾਲ ਖਾਣਾ ਤੇ ਕਿਵੇਂ ਇਸ ਭੋਜਨ ਦੀ, ਖਾਣੇ ਦੀ ਵਰਤੋਂ ਕਰਨੀ ਹੈ। ਕਿਉਂਕਿ ਪਹਿਲਾਂ ਬੇਲੋੜਾ ਖਾ ਕੇ, ਜਿਹੜਾ ਸਾਨੂੰ ਨਹੀਂ ਸੀ ਲੋੜ, ਉਹ ਖਾ ਕੇ ਸਰੀਰ ਦੇ ਵਿੱਚ ਰੋਗ ਫਿਰ ਪੈਦਾ ਹੋ ਗਏ। ਮਰਜ਼ਾਦਾ ਨਹੀਂ ਰੱਖੀ ਭੋਜਨ ਦੀ ਨਾ, ਕਿੰਨਾ ਕੋ ਖਾਣਾ, ਨਾ ਸੰਜਮ ਵਰਤਿਆ, ਤਾਂ ਫਿਰ ਰੋਗ ਆਇਆ। ਤੇ ਰੋਗ ਤੋਂ ਉਪਰੰਤ ਫਿਰ ਜੀਵਨ ਦੇ ਵਿੱਚ ਇੱਕ ਮਰਜ਼ਾਦਾ ਆ ਗਈ ਕਿ ਵਾਕਿਆ ਹੀ ਇਹਨਾਂ ਕੋ ਤੇ ਇਸ ਪ੍ਰਕਾਰ ਦਾ ਹੀ ਭੋਜਨ ਖਾਧਾ ਜਾਵੇ, ਜੀਵਨ ਚੰਗਾ ਹੋਵੇਗਾ। ਪਹਿਲਾਂ ਸੁੱਖ ਸੀ ਤੇ ਬੋਲਿਆ ਹੀ ਅਸੀਂ ਕਿਸੇ ਨੂੰ ਸੁਚੱਜਾ ਨਹੀਂ, ਤਾਂ ਮਾਲਕ ਨੇ ਫਿਰ ਸਹੀ ਰਸਤੇ ਤੇ ਲਿਆਉਣ ਵਾਸਤੇ ਜੀਵਨ ਦੇ ਵਿੱਚ ਦੁੱਖ ਲੈ ਆਂਦੇ।
ਤਾਂ ਹੁਣ ਬੋਲਣ ਦੀ ਜਾਚ ਇੱਕ ਜਿਹੜੀ ਹੈ ਉਹ ਪ੍ਰਮਾਤਮਾ ਨੇ ਸਿਖਾ ਦਿੱਤੀ ਹੈ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਮਨੁੱਖ ਨੂੰ, ਜੀਵ ਨੂੰ ਚੰਗੇ ਮਾਰਗ ਤੇ ਤੋਰਨ ਵਾਸਤੇ ਫਿਰ ਜੀਵਨ ਦੇ ਵਿੱਚ ਦੁੱਖ ਆ ਗਏ। ਸੁੱਖਾਂ ਕਰਕੇ ਜੀਵਨ ਜਿਹੜਾ ਸੀ ਮਨੁੱਖ ਦਾ, ਚਾਹੇ ਜੀਵਨ ਸੀ ਚਾਹੇ ਸਰੀਰ ਸੀ, ਉਹ ਰੋਗੀ ਹੋਇਆ। ਤਾਂ ਉਹਨਾਂ ਰੋਗਾਂ ਦੀ ਦਵਾ ਫਿਰ ਮਾਲਕ ਨੇ ਦੁੱਖ ਲੈ ਕਰ ਆਉਣਾ ਕੀਤੇ। ਤੇ ਜਦੋਂ ਦੁੱਖ ਆਏ ਤੇ ਫਿਰ ਉਹ ਜਿਹੜਾ ਰੋਗ ਸੀ ਨਾ ਸੁੱਖਾਂ ਕਰਕੇ ਪ੍ਰਾਪਤ ਹੋਇਆ, ਉਹ ਖਤਮ ਹੋ ਗਿਆ ਤੇ ਜੀਵਨ ਵਾਪਸ ਮਰਜ਼ਾਦਾ ਦੇ ਵਿੱਚ ਆ ਗਿਆ। ਇਹ ਕੁਦਰਤ ਦਾ ਇੱਕ, ਪ੍ਰਮਾਤਮਾ ਦਾ ਇੱਕ ਮਹਾਨ ਨਿਆਏ ਜਾਂ ਨਿਯਮ ਹੈ ਕਿ ਉਹ ਸਾਰੇ ਹੀ ਕਾਰਜ ਨੂੰ, ਸਮੁੱਚੀ ਸ੍ਰਿਸ਼ਟੀ ਨੂੰ, ਸਮੁੱਚੀ ਮਨੁੱਖਤਾ ਨੂੰ, ਸਮੁੱਚੇ ਜੀਵਾਂ ਨੂੰ ਸਮਤੋਲ ਬਰਾਬਰ ਰੱਖਣ ਵਾਸਤੇ, ਮਰਜ਼ਾਦਾ ਦੇ ਵਿੱਚ ਰੱਖਣ ਵਾਸਤੇ ਦੁੱਖ ਤੇ ਸੁੱਖ ਜਿਹੜੇ ਹਨ ਉਹ ਨਿਰੰਤਰ ਬਖਸ਼ਿਸ਼ ਕਰਦਾ ਹੈ। ਨਾ ਸੁੱਖਾਂ ਨੂੰ ਵੇਖ ਕਰ, ਨਾ ਸੁੱਖਾਂ ਦੇ ਵਿੱਚ ਮਨੁੱਖ ਆਪੇ ਤੋਂ ਬਾਹਰ ਹੋਵੇ ਤੇ ਨਾ ਹੀ ਮਨੁੱਖ ਦੁੱਖਾਂ ਦੇ ਵਿੱਚ ਆ ਕੇ ਢੇਰੀ ਢਾ ਕੇ ਬੈਠ ਜਾਵੇ। ਸੋ ਨਿਰੰਤਰ ਦੁੱਖ ਤੇ ਸੁੱਖ ਜਿਹੜੇ ਹਨ ਉਹ ਚੱਲਦੇ ਰਹਿੰਦੇ ਹਨ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਸੁੱਖਾਂ ਦੇ ਵਿੱਚ ਕਈ ਵਾਰ ਮਨੁੱਖ ਇੰਨਾ ਜ਼ਿਆਦਾ ਗਲਤਾਨ ਹੋ ਜਾਂਦਾ ਕਿ ਉਹ ਪ੍ਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ। ਰਿਸ਼ਤੇਦਾਰ ਭੁੱਲਣੇ, ਸਮਾਜਿਕ ਰਿਸ਼ਤੇ ਭੁੱਲਣੇ, ਇਹ ਤਾਂ ਇੱਕ ਆਮ ਜੀ ਗੱਲ ਹੋ ਜਾਵੇਗੀ। ਬਹੁਤੇ ਸੁੱਖਾਂ ਦੇ ਵਿੱਚ ਇਹ ਵੀ ਅਤ ਕਥਨੀ ਨਹੀਂ ਕਿ ਮਨੁੱਖ ਰੱਬ ਨੂੰ ਭੁੱਲਦਾ ਹੈ। ਘਰ ਦੇ ਵਿੱਚ ਵਿਆਹ ਹੋਵੇ ਨਾ, ਛੋਟੀ ਜਿਹੀ ਇੱਕ ਉਦਾਹਰਣ ਹੈ। ਬੜੇ ਰਿਸ਼ਤੇਦਾਰ ਇਕੱਠੇ ਹੋਏ, ਬੜਾ ਖੁਸ਼ੀ ਦਾ ਕਾਰਜ ਕੀਤਾ ਜਾ ਰਿਹਾ ਤੇ ਅਸੀਂ ਆਪਣਾ ਜਿਹੜਾ ਨਿਤਨੇਮ ਹੈ ਉਹ ਭੁੱਲੇ ਹੁੰਦੇ ਹਾਂ, ਕਿਉਂਕਿ ਸ਼ਾਮ ਨੂੰ ਬੜੀ ਦੇਰ ਤੱਕ ਅਸੀਂ ਉਹਨਾਂ ਖੁਸ਼ੀਆਂ ਨੂੰ ਮਨਾਉਂਦੇ ਰਹਿੰਦੇ। ਸ਼ਾਮਾਂ ਦਾ ਵੀ ਜਿਹੜਾ ਨਿਤਨੇਮ ਸੀ, ਪਾਵਨ ਬਾਣੀਆਂ ਦਾ ਜਾਪ ਸੀ, ਸੋਦਰ ਦਾ ਵੇਲਾ ਸੀ, ਸੋਹਿਲਾ ਸਾਹਿਬ ਜੀ ਦੀ ਬਾਵਨ ਬਾਣੀ ਦਾ ਜਾਪ ਸੀ, ਭੁੱਲ ਗਏ, ਨਹੀਂ ਕੀਤਾ। ਤਾਂ ਰਾਤ ਦੇਰ ਤੱਕ ਜਾਗਦੇ ਰਹੇ ਤੇ ਸਵੇਰੇ ਅੰਮ੍ਰਿਤ ਵੇਲਾ ਵੀ ਜਿਹੜਾ ਸੀ ਉਹ ਖੁੰਝ ਗਿਆ। ਅੰਮ੍ਰਿਤ ਵੇਲੇ ਦੀ ਵੀ ਨਾ ਸੰਭਾਲ ਹੋ ਸਕੀ। ਤਾਂ ਸੁੱਖਾਂ ਦੇ ਵਿੱਚ ਆਕਰ ਅਸੀਂ ਇੰਨਾ ਗਲਤਾਨ ਹੋ ਗਏ ਕਿ ਅਸੀਂ ਰੱਬ ਦੀ ਜਿਹੜੀ ਨਿਯਮਾਵਲੀ, ਨਿਤਨੇਮ ਦੀ ਜਿਹੜੀ ਨਿਜ਼ਾਮਾਵਲੀ ਸੀ ਨਾ, ਮਰਜ਼ਾਦਾ ਸੀ, ਉਸ ਨੂੰ ਭੁੱਲ ਬੈਠੇ ਹਾਂ। ਤੇ ਜਦੋਂ ਫਿਰ ਮਾਲਕ ਨੇ ਇਸ ਚੀਜ਼ ਨੂੰ ਯਾਦ ਕਰਾਉਣ ਵਾਸਤੇ ਜੀਵਨ ਦੇ ਵਿੱਚ ਕੋਈ ਦੁੱਖ ਦਿੱਤਾ ਤੇ ਅਸੀਂ ਨਿਰੰਤਰ ਅਰਦਾਸਾਂ ਕਰਦੇ ਹਾਂ। ਫਿਰ ਹਰ ਵੇਲੇ ਹੀ ਅਸੀਂ ਉਸ ਨੂੰ ਯਾਦ ਕਰਦੇ ਹੋਵਾਂਗੇ। ਸਤਿਗੁਰੂ ਜੀ ਸਮਝਾਉਂਦੇ ਹਨ, ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿਤ। ਦੁੱਖ ਦੇ ਵਿੱਚ ਆਕਰ ਜਾਂ ਕੰਮ ਪੈਣ ਤੇ ਜਿਸ ਪ੍ਰਕਾਰ ਮਾਲਕ ਨੂੰ ਯਾਦ ਕਰਦਾ ਨਾ, ਜਦੋਂ ਕੋਈ ਮੁਸੀਬਤ ਆ ਗਈ, ਬੜਾ ਅਸੀਂ ਰੱਬ ਰੱਬ ਆਖਣਾ ਕੀਤਾ, ਬੜਾ ਉਸ ਨੂੰ ਯਾਦ ਕੀਤਾ। ਸਤਿਗੁਰੂ ਜੀ ਸਮਝਾਉਂਦੇ ਹਨ, ਨਿਰੰਤਰ ਇਸੇ ਹੀ ਪ੍ਰਕਾਰ ਯਾਦ ਕਰ। ਦੁੱਖ ਦੇ ਵਿੱਚ ਹੋਵੇਂ, ਸੁੱਖ ਦੇ ਵਿੱਚ ਹੋਵੇਂ, ਔਕੜਾਂ ਦੇ ਵਿੱਚ, ਮੁਸ਼ਕਲਾਂ ਦੇ ਵਿੱਚ ਹੋਵੇਂ, ਸੁਖੀ ਜੀਵਨ ਦੇ ਵਿੱਚ ਹੋਵੇ, ਬਹੁਤ ਸਾਰੇ ਪਦਾਰਥ ਤੇਰੇ ਕੋਲ ਹੋਵਨ ਤੇ ਭਾਵੇਂ ਥੋੜੇ ਪਦਾਰਥ ਹੋਵਨ, ਪਰ ਉਸ ਨੂੰ ਯਾਦ ਕਰਨਾ ਨਾ ਭੁੱਲ। ਤੇ ਉਹ ਇੱਕ ਐਸਾ ਫਿਰ ਸੁੱਖ ਹੋਵੇਗਾ ਜਿਹੜਾ ਕਦੇ ਵੀ ਖਤਮ ਨਹੀਂ ਹੋਵੇਗਾ। ਨਹੀਂ ਤਾਂ ਫਿਰ ਜੇਕਰ ਸੁੱਖ ਦੇ ਵਿੱਚ ਭੁੱਲ ਗਏ, ਦੁੱਖ ਦੇ ਵਿੱਚ ਫਿਰ ਉਸ ਨੂੰ ਯਾਦ ਕੀਤਾ, ਤਾਂ ਇਹ ਨਿਰੰਤਰ ਜਿਹੜੇ ਕਾਰਜ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਕਿ ਮਨੁੱਖ ਤੇਰੇ ਜੀਵਨ ਦੇ ਵਿੱਚ ਚੱਲਦੇ ਰਹਿਣਗੇ, ਕਿਉਂਕਿ ਤੂੰ ਨਿਰੰਤਰ ਇਸੇ ਹੀ ਪ੍ਰਕਾਰ ਕਾਰਜ ਕਰਦਾ ਆ ਰਿਹਾ ਹੈ। ਸਿਰਫ ਦੁੱਖਾਂ ਦੇ ਵਿੱਚ ਹੀ ਰੱਬ ਨੂੰ, ਪਰਮਾਤਮਾ ਨੂੰ ਯਾਦ ਕਰਦਾ, ਸੁੱਖਾਂ ਦੇ ਵਿੱਚ ਭੁੱਲ ਜਾਂਦਾ ਤੇ ਬਾਰ-ਬਾਰ ਇਹਨਾਂ ਰੋਗਾਂ ਤੋਂ ਮੁਕਤੀ ਦਿਵਾਉਣ ਵਾਸਤੇ ਫਿਰ ਤੇਰੇ ਜੀਵਨ ਦੇ ਵਿੱਚ ਦੁੱਖ ਆਉਂਦੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ, ਦੁੱਖ ਦਾਰੂ ਸੁਖ ਰੋਗ ਪਿਆ। ਫਿਰ ਜਿਹੜਾ ਦੁੱਖ ਹੈ ਨਾ, ਇਹ ਦਾਰੂ ਹੋ ਗਿਆ, ਦਵਾ ਹੋ ਗਿਆ, ਕਿਉਂਕਿ ਇਹ ਰੱਬ ਵਾਲੇ ਪਾਸੇ ਨੂੰ ਤੋਰਦਾ ਹੈ। ਨਾਲ ਜਿਹੜੀਆਂ ਜੀਵਨ ਦੀਆਂ ਮੁਸ਼ਕਲਾਂ ਹਨ ਉਹਨਾਂ ਨੂੰ ਖਤਮ ਕਰਦਾ ਹੈ। ਜਿਹੜਾ ਮਰਜ਼ਾਦਾ ਤੋਂ ਬਾਹਰ ਸੀ, ਨਾ ਭੋਜਨ ਦੀ ਮਰਜ਼ਾਦਾ ਸਾਨੂੰ ਆਜ਼ਾਦ ਸੀ, ਨਾ ਵੇਖਣ ਦੀ, ਨਾ ਸੁਣਨ ਦੀ, ਨਾ ਬੋਲਣ ਦੀ ਮਰਜ਼ਾਦਾ ਸੀ। ਦੁੱਖ ਆਏ, ਫਿਰ ਵਾਪਸ ਜੀਵਨ ਮਰਜ਼ਾਦਾ ਦੇ ਵਿੱਚ ਆ ਗਿਆ, ਸੰਜਮ ਦੇ ਵਿੱਚ ਆ ਗਿਆ। ਤਾਂ ਫਿਰ ਜਿਹੜਾ ਦੁੱਖ ਹੈ, ਸਤਿਗੁਰੂ ਜੀ ਆਖਦੇ, ਉਹ ਰੋਗਾਂ ਦੀ ਨਿਵਰਤੀ ਕਰਦਾ
ਤਾਂ ਉਹ ਦਾਰੂ ਹੈ, ਦਵਾ ਹੈ। ਤੇ ਸੁੱਖ ਉਸ ਰੂਪ ਦੇ ਵਿੱਚ ਰੋਗ ਹੋ ਗਏ। ਤਾਂ ਮਾਲਕ ਜੀ ਨੇ ਸਮਝਾਇਆ ਕਿ ਪਰ ਜੇਕਰ ਅਸਲੀ ਆਤਮਿਕ ਸੁੱਖ ਮਾਲਕ ਦਾ ਨਾਮ ਹਿਰਦੇ ਦੇ ਵਿੱਚ ਵਸਿਆ ਹੋਵੇ ਨਾ, ਤੇ ਫਿਰ ਕਦੇ ਵੀ ਕੋਈ ਦੁੱਖ ਜੀਵਨ ਦੇ ਵਿੱਚ ਰਹਿੰਦਾ ਹੀ ਨਹੀਂ ਹੈ। ਫਿਰ ਉਸ ਦੇ ਭਾਣੇ ਦੀ ਸਮਝ ਆ ਜਾਵੇਗੀ ਕਿ ਜੇਕਰ ਸਰੀਰ ਤੇ ਕਸ਼ਟ ਆਏ, ਜੀਵਨ ਦੇ ਵਿੱਚ ਕੋਈ ਦੁੱਖ ਆਇਆ ਨਾ, ਤੇ ਉਸੇ ਦਾ ਹੀ ਭਾਣਾ ਹੈ। ਜੇਕਰ ਸੁੱਖ ਆਏ ਹਨ ਤੇ ਇਹ ਵੀ ਉਸੇ ਦਾ ਭਾਣਾ ਹੈ। ਜੇਕਰ ਮਨੁੱਖ ਨੇ ਯਤਨ ਕੀਤਾ, ਕਿਸੇ ਕਾਰਜ ਦੀ ਪ੍ਰਾਪਤੀ ਵਾਸਤੇ ਨਹੀਂ ਹੋਇਆ, ਤੇ ਸਮਝੇ ਕਿ ਉਸੇ ਦਾ ਹੀ ਭਾਣਾ ਚੱਲਦਾ ਹੈ। ਯਤਨ ਕੀਤਾ ਤੇ ਜਿੰਨਾ ਕੋ ਯਤਨ ਕੀਤਾ ਸੀ ਉਸ ਤੋਂ ਬਹੁਤ ਵੱਡਾ ਕਾਰਜ ਹੋ ਗਿਆ, ਤੇ ਫਿਰ ਵੀ ਉਸੇ ਦੇ ਭਾਣੇ ਨੂੰ ਸਮਝੇ ਕਿ ਉਹ ਮਾਲਕ ਦੀ ਹੀ ਕਿਰਪਾ ਹੈ। ਤੇ ਜਦੋਂ ਸੁਭਾਅ ਦੇ ਵਿੱਚ ਉਸ ਦੇ ਭਾਣੇ ਨੂੰ ਮਿੱਠਾ ਮੰਨਣ ਦੀ ਇੱਕ ਸਮਰੱਥਾ ਆ ਗਈ, ਬਲ ਪ੍ਰਾਪਤ ਹੋ ਗਿਆ, ਸੁਭਾਅ ਦੀ ਇੱਕ ਆਦਤ ਬਣ ਗਈ ਕਿ ਉਸ ਦੇ ਭਾਣੇ ਦੇ ਵਿੱਚ, ਹੁਕਮ ਦੇ ਵਿੱਚ ਹੀ ਸਾਰਾ ਕੁਝ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਫਿਰ ਕਦੇ ਵੀ ਕੋਈ ਦੁੱਖ, ਉਹ ਦੁੱਖ ਰਹਿ ਹੀ ਨਹੀਂ ਜਾਂਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸੁਨੇਹ ਔਰ ਭੈ ਨਹੀਂ ਜਾਕੈ, ਕੰਚਨ ਮਾਟੀ ਮਨ। ਇੱਕ ਸਹਿਜ ਅਵਸਥਾ, ਨਾ ਰੋਗ ਕਰਕੇ ਢੇਰੀ ਢਾਕੇ ਬਹਿਣਾ ਦੁੱਖਾਂ ਕਰਕੇ, ਨਾ ਸੁੱਖਾਂ ਦੀ ਪ੍ਰਾਪਤੀ ਤੇ ਆਪਣੇ ਆਪ ਤੋਂ ਬਾਹਰ ਹੋਣਾ ਹੈ, ਕੱਪੜਿਆਂ ਤੋਂ ਬਾਹਰ ਹੋਣਾ ਹੈ। ਦੁੱਖ ਹੋਵਨ ਸੁੱਖ ਹੋਵਨ, ਇੱਕ ਸਮਤੋਲ ਜਿਹੜਾ ਜੀਵਨ ਨਿਰੰਤਰ ਚੱਲਦਾ ਜਾਵੇ, ਤਾਂ ਫਿਰ ਕਦੇ ਵੀ ਕੋਈ ਜਿਹੜਾ ਦੁੱਖ ਹੈ ਨਾ, ਉਹ ਮਹਿਸੂਸ ਨਹੀਂ ਹੋਵੇਗਾ। ਮਾਲਕ ਜੀ ਸਮਝਾ ਰਹੇ ਹਨ ਕਿ हे ਸੱਚੇ ਪਾਤਸ਼ਾਹ ਜੀਓ, ਤੂੰ ਕਰਤਾ ਕਰਣਾ। हे ਮਾਲਕ ਜੀ, ਤੁਸੀਂ ਕਰਤੇ ਵੀ ਹੋ ਤੇ ਜਿਤਨੇ ਵੀ ਸ੍ਰਿਸ਼ਟੀ ਦੇ ਵਿੱਚ ਪਦਾਰਥ ਹਨ, ਉਹਨਾਂ ਪਿੱਛੇ ਕਾਰਨ ਵੀ ਤੁਸੀਂ ਹੋ। ਮਨੁੱਖ ਦਾ ਜਨਮ ਕਿਵੇਂ ਹੋਇਆ, ਕਿਉਂ ਹੋਇਆ ਹੈ? ਦਰਖਤਾਂ ਦਾ ਇਸ ਪ੍ਰਕਾਰ ਦਾ ਰੂਪ ਕਿਵੇਂ ਹੈ? ਮਨੁੱਖ 2 ਪੈਰਾਂ ਤੇ, ਪਸ਼ੂ 4 ਪੈਰਾਂ ਤੇ ਕਿਉਂ ਤੁਰਦੇ ਹਨ? ਇਹ ਸਾਰੀ ਜੋ ਕਿਰਤ ਹੈ ਨਾ, ਉਸ ਦੇ ਪਿੱਛੇ ਕਰਨ ਜਿਹੜੇ ਕਾਰਨ ਹਨ, ਉਹ ਵੀ ਮਾਲਕ ਜੀ ਤੁਸੀਂ ਹੋ। ਤੇ ਜੇਕਰ ਮਨੁੱਖ ਆਖੇ ਕਿ ਮੈਂ ਕੁਝ ਕਰਨ ਦੀ ਸਮਰੱਥਾ ਰੱਖਦਾ ਹਾਂ, ਤਾਂ ਇਹ ਫਿਰ ਸੰਭਵ ਨਹੀਂ। ਮਾਲਕ ਜੀ ਸਮਝਾਉਂਦੇ, ਤੂੰ ਕਰਤਾ ਕਰਣਾ, ਤੁਸੀਂ ਕਰਤੇ ਵੀ ਹੋ ਤੇ ਕਾਰਨ ਵੀ ਹੋ। ਨਾਲ ਹੀ ਮਾਲਕ ਜੀ ਨੇ ਸਮਝਾ ਦਿੱਤਾ, ਬਖਸ਼ਿਸ਼ ਕੀਤੀ ਕਿ ਮੈਂ ਤਾਂ ਇਹ ਕਦੇ ਵੀ ਨਹੀਂ ਗੱਲ ਕਰ ਸਕਦਾ, ਸਮਝ ਨਹੀਂ ਸਕਦਾ ਹਾਂ ਕਿ ਮੇਰੀ ਕੋਈ ਸਮਰੱਥਾ ਹੈ, ਮੈਂ ਇਹ ਸਮਝ ਸਕਾਂ। ਮੇਰੇ ਦੇ ਵਿੱਚ ਤਾਂ ਇਹਨਾਂ ਕੋਈ ਤਾਕਤ ਨਹੀਂ ਕਿ ਮੈਂ ਮਾਲਕ ਜੀ ਤੁਹਾਡੇ ਕਿਸੇ ਭੇਦ ਨੂੰ ਜਾਣ ਸਕਦਾ ਹੋਵਾਂ, ਇੰਨੀ ਤਾਕਤ ਨਹੀਂ ਹੈ। ਜਾਹੋ ਕਰੀ, ਜੇ ਮੈਂ ਇਹ ਸਮਝਾਂ ਕਿ ਮੈਂ ਕੁਝ ਕਰ ਸਕਦਾ ਹਾਂ, ਤਾਂ ਮਾਲਕ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਨਾ ਹੋਈ ਤਾਂ ਕਿਸੇ ਪ੍ਰਕਾਰ ਵੀ ਮੈਂ ਇੰਨੀ ਸਮਰੱਥਾ ਦਾ ਮਾਲਕ ਨਹੀਂ। ਇਹ ਗੱਲ ਫੱਬਦੀ ਹੀ ਨਹੀਂ ਕਿ ਮੈਂ ਤੇਰੇ ਭੇਦ ਨੂੰ ਸਮਝ ਸਕਦਾ ਹੋਵਾਂ, ਜਾਂ ਫਿਰ ਕਿਸੇ ਕਾਰਜ ਨੂੰ ਕਰਨ ਦੀ ਸਮਰੱਥਾ ਰੱਖਦਾ ਹੋਵਾਂ। ਤੁਸੀਂ ਕਰਤੇ ਵੀ ਹੋ, ਕਿਰਤ ਦੇ ਮਾਲਕ ਵੀ ਹੋ, ਤੇ ਕਿਰਤ ਦੇ ਪਿੱਛੇ ਜਿਹੜਾ ਕਾਰਨ ਹੈ ਨਾ, ਉਹ ਵੀ ਤੁਸੀਂ ਹੋ। ਮੇਰੇ ਵਿੱਚ, ਜੀਵ ਦੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਕੁਝ ਕਰ ਸਕਦਾ ਹੋਵਾਂ। ਤੇ ਜੇ ਮੈਂ ਇਹ ਆਖਾਂ ਕਿ ਮੈਂ ਕੁਝ ਕਰ ਸਕਦਾ, ਤੇ ਐਸਾ ਹੋ ਹੀ ਨਹੀਂ ਸਕਦਾ। ਇਹ ਫੱਬਦਾ ਹੀ ਨਹੀਂ, ਮੇਰੀ ਪਹੁੰਚ ਤੋਂ ਪਰੇ ਦਾ ਕਾਰਜ। ਕਿਉਂਕਿ ਮੇਰੇ ਵਿੱਚ, ਜੀਵ ਦੇ ਵਿੱਚ, ਮਨੁੱਖ ਦੇ ਵਿੱਚ ਤਾਂ ਇੱਕ ਸਵਾਸ ਲੈਣ ਦੀ ਵੀ ਵਧੇਰੇ ਸਮਰੱਥਾ ਨਹੀਂ ਹੈ। ਜਿਤਨੇ ਸਵਾਸ ਪ੍ਰਾਪਤ ਹੋਏ, ਜਿੰਨਾ ਸਮਾਂ ਪ੍ਰਾਪਤ ਹੋਇਆ, ਮਨੁੱਖ ਆਖੇ ਮੈਂ ਪੈਸੇ ਦੇ ਕਰ, ਜ਼ਮੀਨ ਜਾਇਦਾਦ ਦੇ ਕਰ, ਕੁਝ ਸਵਾਸ ਵਧੇਰੇ ਕਰ ਲਵਾਂ, ਐਸਾ ਵੀ ਨਹੀਂ। ਜਿਤਨੇ ਮੁਕਰਰ ਹਨ, ਉਤਨੇ ਹੀ ਜੀਵ ਨੂੰ ਪ੍ਰਾਪਤ ਹੋਵਣਗੇ। ਜੋ ਭੋਜਨ ਲਿਖਿਆ ਉਹ ਹੀ ਪ੍ਰਾਪਤ ਹੋਵੇਗਾ। ਜੀਵਨ ਜੋ ਭੋਗਣਾ ਲਿਖਿਆ ਹੈ, ਉਸੇ ਪ੍ਰਕਾਰ ਭੋਗੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ, ਬਲਿਹਾਰੀ ਕੁਦਰਤ ਵਸਿਆ। ਜਿਹੜਾ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਵਸਿਆ ਹੋਇਆ ਪ੍ਰਮਾਤਮਾ ਹੈ ਨਾ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਜਦੋਂ ਅਜੇ ਸ਼ਬਦ ਇਜਾਦ ਨਹੀਂ ਸੀ ਹੋਏ, ਅਜੇ ਧਰਮ ਦੁਨੀਆ ਦੇ ਵਿੱਚ ਨਹੀਂ ਸੀ ਆਏ, ਜਿਹੜੇ ਵੱਖ-ਵੱਖ ਪ੍ਰਕਾਰ ਦੇ ਮਤ ਹਨ, ਧਰਮ ਹਨ, ਤਾਂ ਜਿਹੜਾ ਜੀਵ ਸੀ ਨਾ, ਉਹ ਕੁਦਰਤ ਦੇ ਹਰੇਕ ਕਾਰਜ ਦੇ ਵਿੱਚੋਂ ਕਰਤੇ ਨੂੰ ਵੇਖਦਾ ਸੀ। ਰੁੱਖਾਂ ਦੇ ਵਿੱਚ ਵੇਖਦਾ ਸੀ, ਪਾਣੀ ਦੀ
ਜਿਹੜੀ ਕਲ ਸੀ, ਪਾਣੀ ਦੀ ਜਿਹੜੀ ਆਵਾਜ਼ ਸੀ, ਪਾਣੀ ਦੀ ਜਿਹੜੀ ਲੈ ਸੀ ਇੱਕ, ਉਸ ਨੂੰ ਵੀ ਪਰਮਾਤਮਾ ਦੀ ਨਿਯਮਾਵਲੀ ਮੰਨਦਿਆਂ ਹੋਇਆਂ ਉਸ ਲੈ ਨੂੰ ਵੇਖ ਕੇ ਜੀਵਨ ਚਲਾਉਂਦਾ ਸੀ। ਹਵਾ ਨੂੰ ਮਹਿਸੂਸ ਕਰਦਾ ਸੀ, ਸੂਰਜ ਨੂੰ ਉਦੇ ਹੁੰਦਾ ਵੇਖਦਾ ਸੀ ਤੇ ਉਸ ਦੀ ਤਾਕਤ ਨੂੰ ਅਨੁਭਵ ਕਰਦਾ ਸੀ। ਸ਼ਬਦ ਆ ਗਏ, ਸ਼ਬਦਾਂ ਨੂੰ ਵੀ ਕੀ ਸਮਝਣਾ ਸੀ? ਕੁਦਰਤ ਦੇ ਵਿੱਚ ਜੋ ਦਿਖਾਈ ਦੇ ਰਿਹਾ ਸੀ ਇਸ ਨੂੰ ਵੇਖਣਾ ਛੱਡ ਦਿੱਤਾ। ਬੜੇ ਧਰਮ ਗ੍ਰੰਥ ਆਏ ਜੀ, ਅਨੇਕਾਂ ਪ੍ਰਕਾਰ ਦੀਆਂ ਸਿੱਖਿਆਵਾਂ ਆ ਗਈਆਂ। ਗਿਆਨ ਪੈਰੋ ਪੈਰ ਬਾਹਰੀ ਵੱਧਦਾ ਗਿਆ, ਅੰਦਰੂਨੀ ਗਿਆਨ ਘਟਦਾ ਗਿਆ ਤੇ ਹੁਣ ਨਿਰੰਤਰ ਇੰਨੇ ਪ੍ਰਚਾਰ ਦੇ ਬਾਵਜੂਦ ਵੀ ਅਸੀਂ ਧਰਮ ਵਾਲੇ ਪਾਸੇ ਨੂੰ ਨਹੀਂ ਆਉਂਦੇ। ਅੰਦਰੋਂ ਅਸੀਂ ਧਾਰਮਿਕ ਨਹੀਂ ਹੁੰਦੇ ਹਾਂ, ਬਾਹਰੋਂ ਬੇਸ਼ੱਕ ਦਿਖਾਵੇ ਦੇ ਰੂਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਸੀਂ ਧਾਰਮਿਕ ਹੋਈਏ ਜੀ। ਮਾਲਕ ਜੀ ਸਮਝਾਉਂਦੇ ਕਿ ਜਿਹੜਾ ਉਹ ਕੁਦਰਤ ਦੇ ਵਿੱਚ ਵਸਿਆ ਹੋਇਆ ਪਰਮਾਤਮਾ ਹੈ ਨਾ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੇਰਾ ਅੰਤ ਨਾ ਜਾਈ ਲਖਿਆ। ਹੈ ਮਾਲਕ ਜੀਓ, ਜਿਹੜਾ ਤੇਰਾ ਅੰਤ ਹੈ ਨਾ, ਭਾਵ ਤੇਰਾ ਭੇਦ ਹੈ ਨਾ, ਉਹ ਤਾਂ ਪਾਇਆ ਹੀ ਨਹੀਂ ਜਾ ਸਕਦਾ। ਕਿੱਥੋਂ ਆਰੰਭਤਾ, ਕਿੱਥੋਂ ਦੀ ਸੰਪੂਰਨਤਾ, ਉਰਲਾ ਪਾਸਾ ਕਿਹੜਾ, ਪਰਲਾ ਪਾਸਾ ਕਿਹੜਾ, ਕੋਈ ਅੰਤ ਨਹੀਂ ਜੀ। ਕਿਸੇ ਪ੍ਰਕਾਰ ਮਾਲਕ ਦਾ ਭੇਦ ਨਹੀਂ ਪਾਇਆ ਜਾ ਸਕਦਾ। ਕਿਸੇ ਵੀ ਨਿੱਕੇ ਤੋਂ ਨਿੱਕੇ ਪਦਾਰਥ ਨੂੰ ਵੇਖੀਏ, ਆਪਣੇ ਅਸੀਂ ਹੱਥਾਂ ਨੂੰ ਵੇਖ ਲਈਏ, ਉਂਗਲਾਂ ਦੇ ਪੋਟਿਆਂ ਨੂੰ ਵੇਖ ਲਈਏ, ਅਗਾਹਾਂ ਤੋਂ ਅਗਾਹ ਇੰਨਾ ਜੀਵਨ ਲੱਭਦਾ ਜਾਵੇਗਾ ਕਿ ਮਨੁੱਖ ਦੀ ਜਿਹੜੀ ਅਕਲ ਹੈ ਨਾ ਉਹ ਚਕਰਾ ਜਾਵੇਗੀ। ਸਤਿਗੁਰੂ ਜੀ ਸਮਝਾ ਰਹੇ ਹਨ, ਬਖਸ਼ਿਸ਼ ਕੀਤੀ ਸਾਡੇ ਸਾਰਿਆਂ ਦੇ ਉੱਪਰ ਕਿ ਮਾਲਕ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਕਿ ਮਾਲਕ ਜੀ ਤੁਹਾਥੋਂ ਅਸੀਂ ਬਲਿਹਾਰ ਜਾਂਦੇ, ਕੁਰਬਾਨ ਜਾਂਦੇ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਰਹਾਉ ਤੋਂ ਪ੍ਰੰਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਿਹਾ। ਜਿਤਨੇ ਵੀ ਸ੍ਰਿਸ਼ਟੀ ਦੀ ਵਿੱਚ ਜਾਤਾਂ ਹਨ, ਪਸ਼ੂ ਹਨ, ਪੰਛੀ ਹਨ, ਪਸ਼ੂਆਂ ਦੇ ਵਿੱਚ ਅਗਾਂਹ ਬੜੀਆਂ ਜਾਤਾਂ, ਪੰਛੀਆਂ ਦੇ ਵਿੱਚ ਬੜੀਆਂ ਅਗਾਂਹ ਹੋਰ ਵੈਰਾਈਟੀਆਂ, ਅਨੇਕਾਂ ਪ੍ਰਕਾਰ ਦੇ ਪਸ਼ੂ ਹਨ, ਅਨੇਕਾਂ ਹੀ ਪ੍ਰਕਾਰ ਦੇ ਪੰਛੀ ਹਨ। ਜੀਵ ਜੰਤੂਆਂ ਦੇ ਵਿੱਚ ਬੜੀ ਵਿਭਿੰਨਤਾ ਹੈ। ਸ੍ਰਿਸ਼ਟੀ ਦੇ ਵਿੱਚ, ਬਨਸਪਤੀ ਦੇ ਵਿੱਚ ਬੜੇ ਰੁੱਖ ਜੀ, ਰੁੱਖਾਂ ਤੋਂ ਅਗਾਂਹ ਹੋਰ ਉਹਨਾਂ ਦੀਆਂ ਬੜੀਆਂ ਕਿਸਮਾਂ ਜੀ। ਤੇ ਜਿਤਨੀਆਂ ਵੀ ਕਿਸਮਾਂ ਹਨ, ਜੇਕਰ ਅਸੀਂ ਉਸ ਨੂੰ 84 ਲੱਖ ਕਹਿ ਦਈਏ ਜੀ, ਜੋ ਗੁਰਬਾਣੀ ਨੇ ਵੀ ਸਾਨੂੰ ਸਮਝਾਇਆ ਹੈ, ਤਾਂ ਉਹ 84 ਲੱਖ ਦੀ ਜਿਹੜੀ ਵਿਭਿੰਨਤਾ ਹੈ ਨਾ, ਉਹਨਾਂ ਸਾਰੀਆਂ ਜ਼ਾਤਾਂ ਦੇ ਵਿੱਚ ਤੁਹਾਡੀ ਹੀ ਜੋਤ ਹੈ, ਤੁਹਾਡਾ ਹੀ ਪ੍ਰਕਾਸ਼ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ, ਜੋਤ ਮਹਿ ਜਾਤਾ, ਜੀਵਾਂ ਦੇ ਵਿੱਚ ਤੇਰਾ ਪ੍ਰਕਾਸ਼, ਸਾਰੀ ਸ੍ਰਿਸ਼ਟੀ ਦੇ ਵਿੱਚ ਮਾਲਕ ਜੀ ਤੇਰਾ ਹੀ ਨੂਰ। ਤੇ ਸਤਿਗੁਰੂ ਜੀ ਸਮਝਾਉਂਦੇ ਹਨ, ਅਕਲ ਕਲਾ ਭਰਪੂਰ ਰਿਹਾ, ਨਿਰੰਤਰ ਇੱਕ ਰਸ ਸਾਰੀ ਸ੍ਰਿਸ਼ਟੀ ਦੇ ਵਿੱਚ ਮਾਲਕ ਜੀ ਤੁਸੀਂ ਭਰਪੂਰ ਹੋ, ਵਿਆਪਕ ਹੋ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ। ਇੱਕੋ ਹੀ ਕਾਰਜ ਹੋ ਸਕਦਾ ਕਿ ਉਸ ਦੀ ਸਿਫਤ ਕੀਤੀ ਜਾਵੇ, ਬੈਠ ਕਰ ਉਸ ਦਾ ਨਾਮ ਜਪਿਆ ਜਾਵੇ। ਜੇਕਰ ਮਾਲਕ ਜੀ ਸਮਰੱਥਾ ਬਖਸ਼ਿਸ਼ ਕਰਨ ਤਾਂ ਮਾਲਕ ਜੀ ਉਹ ਸੱਚੇ ਪਾਤਸ਼ਾਹ ਜੀ, ਤੁਸੀਂ ਸੱਚੇ ਸਾਹਿਬ ਸਦੀਵ ਕਾਲ ਲਈ ਰਹਿਣ ਵਾਲੇ, ਤੇ ਤੁਹਾਡੀ ਜਿਹੜੀ ਸਿਫਤੋ ਸਲਾਹ ਵਡਿਆਈ ਹੈ ਨਾ, ਉਹ ਬੜੀ ਹੀ ਸੁਚੱਜੀ ਹੈ, ਸੋਹਣੀ ਹੈ। ਤੇ ਜਿਸ ਨੇ ਤੁਹਾਡੀ ਸਿਫਤ ਸਲਾਹ ਕੀਤੀ, ਵਡਿਆਈ ਕੀਤੀ, ਸਤਿਗੁਰੂ ਜੀ ਆਖਦੇ ਹਨ ਸੋ ਪਾਰ ਪਿਆ। ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਿਸ ਨੇ ਆਖਿਆ ਪਰਮਾਤਮਾ ਦੇ ਵਿੱਚ ਬੜੇ ਗੁਣ ਹਨ, ਬੜਿਆਂ ਹੀ ਗੁਣਾਂ ਦਾ ਮਾਲਕ, ਉਹ ਗੁਣਵਾਨ ਆਪ ਮਨੁੱਖ ਹੋ ਗਿਆ। ਜਿਸ ਨੇ ਆਖਿਆ ਕਿ ਉਹ ਬੜਾ ਵੱਡਾ ਹੈ, ਉਹ ਆਪ ਖੁਦ ਵੱਡਾ ਹੋ ਗਿਆ। ਜਿਸ ਨੇ ਇਹ ਆਖਣਾ ਕੀਤਾ ਪਰਮਾਤਮਾ ਜੀ ਸਰਬ ਕਲਾ ਸੰਪੂਰਨ ਹਨ, ਖੁਦ ਵੀ ਉਹ ਉਸੇ ਹੀ ਪ੍ਰਕਾਰ ਦੇ ਮਾਲਕ ਦਾ ਰੂਪ ਹੋ ਗਿਆ। ਇੱਕ ਬੁਝਿਆ ਹੋਇਆ ਦੀਪਕ ਜਗਦੇ ਹੋਏ ਦੀਪਕ ਤੋਂ ਜਾਗਿਆ, ਉਹ ਵੀ ਪ੍ਰਕਾਸ਼ ਕਰਨ ਲੱਗ ਪਿਆ। ਜਿਸ ਨੇ ਵੱਡਾ ਆਖਿਆ ਉਹ ਖੁਦ ਵੱਡਾ ਹੋ ਗਿਆ। ਪੈਗੰਬਰੀ ਪੁਰਸ਼, ਅਵਤਾਰੀ ਪੁਰਸ਼, ਭਗਤ ਜਨ ਉਸ ਮਾਲਕ ਦੇ ਦਰ ਤੋਂ ਨਿਵਾਜੇ ਹੋਏ ਆਏ ਪੀਰ ਪੈਗੰਬਰ। ਇਸੇ ਕਰਕੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ, ਕਿਉਂਕਿ ਪਰਮਾਤਮਾ ਨੂੰ ਉਹਨਾਂ ਨੇ ਵੱਡਾ ਆਖਿਆ ਤੇ ਉਹ ਸੰਸਾਰ ਦੇ ਵਿੱਚ ਲੋਕਾਂ ਵਾਸਤੇ ਵੱਡੇ ਹੋ ਗਏ ਜੀ। ਸੋ ਸਤਿਗੁਰੂ ਜੀ ਸਮਝਾ ਰਹੇ ਹਨ, ਜਿਨ ਕੀਤੀ, ਜਿਸ ਨੇ ਤੇਰੀ ਵਡਿਆਈ ਕੀਤੀ ਨਾ, ਸਿਫਤੋ ਸਲਾਹ ਕੀਤੀ, ਜੋ ਜੁੜ ਗਿਆ ਤੇਰੇ ਨਾਲ, ਸੋ ਪਾਰ ਪਿਆ।
ਉਹ ਫਿਰ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦਾ, ਪਾਰ ਹੋ ਜਾਂਦਾ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ ਉਸ ਕਰਤੇ ਦੀਆਂ ਜਿਹੜੀਆਂ ਬਾਤਾਂ ਹੈ ਨਾ, ਉਸ ਦੀ ਸਿਫਤ ਸਲਾਹ, ਉਸ ਦੀ ਵਡਿਆਈ ਹੈ ਨਾ, ਨਿਰੰਤਰ ਆਖਣਾ ਕਰ। ਤੇ ਜੋ ਕੁਝ ਵੀ ਉਹ ਮਾਲਕ ਜੀ ਕਾਰਜ ਕਰਦਾ ਨਾ, ਚੰਗਾ ਸਮਝਦਾ ਹੈ, ਉਸੇ ਹੀ ਪ੍ਰਕਾਰ ਸਮੁੱਚੀ ਸ੍ਰਿਸ਼ਟੀ ਦੇ ਵਿੱਚ ਸਾਰੇ ਕਾਰਜ ਹੋ ਰਹੇ ਹਨ। ਸੂਰਜ ਉਦੇ ਹੋ ਰਿਹਾ ਹੈ, ਦਿਨ ਚੜ੍ਹਦਾ ਹੈ, ਦਿਨ ਛਿਪਦਾ ਪਿਆ ਹੈ, ਹਵਾ ਚੱਲਦੀ ਹੈ, ਪਾਣੀ ਆ ਰਿਹਾ ਹੈ, ਪ੍ਰਾਪਤ ਹੋ ਰਿਹਾ, ਸਾਰੇ ਕਾਰਜ ਹੋ ਰਹੇ ਹਨ। ਜਨਮ ਹੋ ਰਿਹਾ, ਮੌਤ ਹੋ ਰਹੀ, ਨਿਰੰਤਰ ਕਾਰਜ ਹੋ ਰਹੇ ਹਨ। ਤੇ ਉਹ ਸਲਾਹ ਨਹੀਂ ਪੁੱਛਦਾ ਪਿਆ ਕਿ ਸੂਰਜ ਉਦੇ ਕਰੀਏ ਕਿ ਨਾ ਕਰੀਏ। ਜੇਕਰ ਸਾਡਾ ਕਿਤੇ ਬਸ ਚੱਲਦਾ ਹੋਵੇ ਨਾ, ਤੇ ਅਸੀਂ ਤਾਂ ਇੰਨੀ ਈਰਖਾ ਰੱਖਦੇ ਹਾਂ ਕਿ ਅਸੀਂ ਆਖੀਏ ਕਿ ਸੂਰਜ ਦੀ ਰੋਸ਼ਨੀ ਮੇਰੇ ਘਰ ਰਵੇ, ਗਵਾਂਢੀ ਵੱਲ ਨਾ ਰਹਿੰਦੀ ਹੋਵੇ, ਉਧਰ ਹਨੇਰਾ ਹੀ ਰਹਿਣ ਦਈਏ। ਪਰ ਮਾਲਕ ਦੀ ਕਿਰਤ ਇਸ ਪ੍ਰਕਾਰ ਦੀ ਕਿ ਉਹ ਨਿਰੰਤਰ ਕਾਰਜ ਕਰਦਾ ਪਿਆ, ਤੇ ਉਸ ਦੇ ਹੁਕਮ ਦੇ ਵਿੱਚ ਇਹ ਸਾਰੇ ਕਾਰਜ ਨਿਰੰਤਰ ਹੋ ਰਹੇ ਹਨ, ਕਿਉਂਕਿ ਉਸ ਨੂੰ ਇਹ ਸਾਰੇ ਕਾਰਜ ਚੰਗੇ ਲੱਗਦੇ ਹਨ। ਉਪਰੰਤ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਕਿ ਸੰਸਾਰ ਦੇ ਵਿੱਚ ਅਨੇਕਾਂ ਹੀ ਜਿਹੜੇ ਮਤ ਹਨ, ਵਰਨ ਵੰਡ ਹੈ, ਉਹ ਜੀਵ ਨੇ, ਮਨੁੱਖ ਨੇ ਕੀਤੀ ਹੋਈ ਹੈ। ਤੇ ਸਦੀਆਂ ਤੋਂ ਇਹ ਕਾਰਜ ਚੱਲਦਾ ਆ ਰਿਹਾ। ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਜਦੋਂ ਅਸੀਂ ਵੇਖਾਂਗੇ, ਭਾਰਤ ਵਰਸ਼ ਦੇ ਵਿੱਚ, ਤਾਂ ਜੀਵਾਂ ਨੂੰ, ਮਨੁੱਖਾਂ ਨੂੰ ਵਰਨ ਵੰਡ ਦੇ ਅਨੁਸਾਰ ਵੰਡਿਆ ਹੋਇਆ ਹੈ। ਕੋਈ ਜੀਵ ਕਿਸੇ ਪ੍ਰਕਾਰ ਦੀ ਕਿਰਤ ਕਰਦਾ, ਤੇ ਕਿਰਤ ਦੇ ਅਨੁਸਾਰ ਫਿਰ ਅਗਾਂਹ ਤੋਂ ਅਗਾਂਹ ਵੰਡਦਿਆਂ ਉਹਨਾਂ ਨੂੰ ਨਿਰੰਤਰ ਵੱਖ-ਵੱਖ ਵਰਗਾਂ ਦੇ ਵਿੱਚ ਹੀ ਵੰਡ ਦਿੱਤਾ ਹੈ। ਇਹ ਅਸਲ ਦੇ ਵਿੱਚ ਮਾਲਕ ਦੇ ਹੁਕਮ ਦੀ ਸਭ ਤੋਂ ਵੱਡੀ ਤੋਹੀਨ ਹੈ। ਮਨੁੱਖ ਜਾਤੀ ਦੀ ਤੋਹੀਨ ਹੈ ਕਿ ਮਨੁੱਖ ਨੂੰ ਮਨੁੱਖ ਦੇ ਬਰਾਬਰ ਹੀ ਨਾ ਸਮਝਿਆ ਜਾਵੇ। ਕੋਈ ਉੱਚਾ ਹੋ ਗਿਆ, ਕਿਸੇ ਨੂੰ ਨੀਵਾਂ ਰੱਖ ਦਿੱਤਾ, ਤੇ ਕਿਸੇ ਦੇ ਪਰਛਾਵੇਂ ਤੋਂ ਵੀ ਮਨੁੱਖ ਭਿੱਟਿਆ ਜਾਂਦਾ ਹੋਵੇ। ਜਿਹੜੇ ਮਨੁੱਖ ਵੱਖ-ਵੱਖ ਵਰਗਾਂ ਦੇ ਵਿੱਚ ਸੰਬੰਧਿਤ ਸਨ, ਉਹਨਾਂ ਨੇ ਚਾਰ ਵਰਨਾਂ ਦੇ ਵਿੱਚ ਸਮੁੱਚੇ ਮਨੁੱਖਤਾ ਨੂੰ ਵੰਡਣਾ ਕੀਤਾ। ਹਿੰਦੁਸਤਾਨ ਦੇ ਵਿੱਚ ਜਿਹੜੇ ਵਿਦਵਾਨ ਆਪਣੇ ਆਪ ਨੂੰ ਖਵਾਉਂਦੇ ਸਨ, ਉਹ ਪੰਡਤ ਹੋ ਗਏ ਤੇ ਉਸ ਨੂੰ ਸਿਰਮੌਰ ਮੰਨਿਆ, ਸਿਰ ਮੰਨ ਲਿਆ। ਖੱਤਰੀ ਆ ਗਏ, ਫਿਰ ਬਣਾਉਣਾ ਕੀਤੇ, ਵੇਖਣਾ ਕੀਤੇ, ਵੰਡੇ। ਤਾਂ ਉਹਨਾਂ ਨੂੰ ਫਿਰ ਬਾਹਾਂ ਬਣਾ ਦਿੱਤੀਆਂ ਜੀ ਕਿ ਬਾਹਾਂ ਹਨ, ਭਾਵ ਰੱਖਿਆ ਕਰਨ ਵਾਸਤੇ ਹਨ। ਫਿਰ ਨਾਲ ਵੈਸ਼ ਕਾਰੋਬਾਰੀ ਮਨੁੱਖ, ਚਾਹੇ ਖੇਤੀ ਕਰਨ, ਵਪਾਰ ਕਰਨ, ਉਹ ਪੇਟ ਹੋ ਗਿਆ। ਤੇ ਜਿਹੜੇ ਸ਼ੂਦਰ ਸਨ, ਉਹਨਾਂ ਨੂੰ ਤਾਂ ਚਰਨਾਂ ਦੇ ਰੂਪ ਦੇ ਵਿੱਚ ਲੈ ਆਂਦਾ ਜੀ ਕਿ ਉਹ ਚਰਨ ਹਨ। ਪਰ ਇਹ ਭੁੱਲ ਗਏ ਮਨੁੱਖ ਕਿ ਬੇਸ਼ੱਕ ਮਨੁੱਖ ਦੇ ਕੋਲ, ਜੀਵ ਦੇ ਕੋਲ ਸਿਰ ਵੀ ਹੋਵੇ, ਬਾਹਾਂ ਵੀ ਹੋਵਣ, ਪੇਟ ਵੀ ਹੋਵੇ, ਤੇ ਜੇਕਰ ਉਸ ਦੇ ਕੋਲ ਪੈਰ ਨਾ ਹੋਵਣਗੇ ਤੇ ਉਹ ਕਾਸੇ ਜੋਗਾ ਵੀ ਨਹੀਂ ਹੈ। ਕੀ ਕਰ ਲਵੇਗਾ ਬਿਨਾਂ ਪੈਰਾਂ ਤੋਂ? ਪਰ ਸ਼ੂਦਰ ਜਾਤੀ ਨੂੰ ਬੜਾ ਨਖਿੱਧ ਮੰਨਿਆ ਗਿਆ। ਇਹ ਆਖ ਦਿੱਤਾ ਗਿਆ ਕਿ ਇਸ ਦੇ ਪਰਛਾਵੇਂ ਤੋਂ ਵੀ ਅਸੀਂ ਭਿੱਟੇ ਜਾਂਦੇ ਹਾਂ। ਪਰਛਾਵਾਂ ਪੈ ਗਿਆ ਤੇ ਆਪਣੇ ਆਪ ਨੂੰ ਨਿਰਮਲ ਕਰਨ ਵਾਸਤੇ ਫਿਰ ਇਸ਼ਨਾਨ ਕੀਤਾ ਜਾਂਦਾ ਸੀ। ਤੇ ਉਹਦਾ ਮੁੱਖ ਕਾਰਨ ਇਹ ਬਣ ਗਿਆ ਕਿ ਸ਼ੂਦਰ ਜਾਤੀ ਨੂੰ ਗਿਆਨ ਦਾ ਜਿਹੜਾ ਭੰਡਾਰ ਸੀ ਨਾ, ਭਾਵੇਂ ਉਹ ਧਰਮ ਸਥਾਨ ਸੀ ਚਾਹੇ ਵਿਦਿਅਕ ਸਥਾਨ ਸੀ ਨਾ, ਉਹਨਾਂ ਤੋਂ ਦੂਰ ਰੱਖਿਆ। ਨਾ ਵਿਦਿਆ ਪ੍ਰਾਪਤ ਕਰਨ ਦਾ ਉਹਨਾਂ ਦੇ ਕੋਲ ਅਧਿਕਾਰ ਰਿਹਾ ਤੇ ਨਾ ਧਰਮ ਦਾ ਗਿਆਨ ਪ੍ਰਾਪਤ ਕਰਨ ਦਾ। ਤਾਂ ਨਿਰੰਤਰ ਉਹਨਾਂ ਦਾ ਜਿਹੜਾ ਜੀਵਨ ਸੀ, ਧਰਮ ਤੋਂ ਵੀ ਵਿਹੂਣਾ ਤੇ ਗਿਆਨ ਤੋਂ ਵਿਹੂਣਾ ਵੀ ਨਿਰੰਤਰ ਚੱਲਦਾ ਰਿਹਾ। ਤੇ ਇੱਕ ਰੋਜ਼ ਨਹੀਂ ਹੋਇਆ, ਇੱਕ ਸਾਲ ਨਹੀਂ ਹੋਇਆ, ਨਿਰੰਤਰ ਸਦੀਆਂ ਬੀਤ ਗਈਆਂ ਜੀ ਇਸ ਕਾਰਜ ਨੂੰ ਕਰਦਿਆਂ ਹੋਇਆ। ਤੇ ਪੀੜ੍ਹੀ ਦਰ ਪੀੜ੍ਹੀ ਚੱਲਦਿਆਂ ਹੋਇਆਂ ਜਿਹੜੇ ਵਿਚਾਰੇ ਸ਼ੂਦਰ ਸੀ ਨਾ, ਛੋਟੀ ਜਾਤੀ ਨਾਲ ਸੰਬੰਧਿਤ ਸਨ, ਉਹ ਗਿਆਨ ਤੋਂ ਵੀ ਕੋਰੇ ਹੋ ਗਏ ਤੇ ਧਰਮ ਤੋਂ ਵੀ ਕੋਰੇ। ਨਾ ਇਹ ਧਰਮ ਸਥਾਨ ਤੇ ਜਾ ਸਕਦੇ ਤੇ ਨਾ ਵਿਦਿਅਕ ਸਥਾਨਾਂ ਤੇ ਜਾ ਸਕਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਆਖਰ ਸਭ ਤੋਂ ਪਹਿਲਾਂ ਜਿਹੜੀ ਇਹ ਮਨੌਤ ਸੀ ਨਾ, ਇਸ ਨੂੰ ਖਤਮ ਕੀਤਾ ਕਿ ਇਸ ਪ੍ਰਕਾਰ ਦੀ ਵਰਨ ਵੰਡ, ਮਨੁੱਖ ਨੂੰ ਮਨੁੱਖ ਦੇ ਬਰਾਬਰ ਨਾ ਸਮਝਿਆ ਜਾਵੇ। ਕਿੱਡੀ ਵੱਡੀ ਤੁਹੀਨ ਜੀ ਕਿ ਇੱਕ ਮਨੁੱਖ ਉਸੇ ਪ੍ਰਕਾਰ ਦਾ, ਚਿਹਰਾ ਮੋਹਰਾ, ਸਰੀਰ ਉਸ ਪ੍ਰਕਾਰ ਦਾ, ਤੇ ਉਸ ਨੂੰ ਇੰਨਾ ਮਾੜਾ ਸਮਝਿਆ ਜਾਵੇ ਕਿ ਇਸ ਦਾ ਪਰਛਾਵਾਂ ਲੈਣਾ ਵੀ ਮਾੜਾ ਹੈ।
ਇਸ ਦੇ ਪਰਛਾਵੇਂ ਦੇ ਨਾਲ ਵੀ ਅਸੀਂ ਭਿੱਟੇ ਜਾਵਾਂਗੇ। ਅਸਲ ਦੇ ਵਿੱਚ ਤਾਂ ਉਹ ਪਹਿਲਾਂ ਹੀ ਐਸੇ ਮਨੁੱਖ ਭਿੱਟੇ ਪਏ ਸੀ, ਕਿਉਂਕਿ ਅੰਦਰ ਇੰਨੀ ਮੈਲ ਉਹਨਾਂ ਦੇ ਜਮ੍ਹਾਂ ਸੀ। ਇੱਕ ਸ਼ੂਦਰ ਦੇ ਪਰਛਾਵੇਂ ਦੇ ਨਾਲ ਨਹੀਂ ਮਨੁੱਖ ਭਿੱਟਿਆ ਜਾਣਾ, ਜਿੰਨਾ ਇੰਨੀ ਮਾੜੀ ਵਿਚਾਰ ਕਰਕੇ ਮਨੁੱਖ ਭਿੱਟਿਆ ਜਾਣਾ ਕਿ ਉਹ ਸਾਹਮਣੇ ਵਾਲਾ ਮਨੁੱਖ ਛੋਟੀ ਜਾਤੀ ਨਾਲ ਸੰਬੰਧਿਤ, ਜੇਕਰ ਉਹ ਮੇਰੇ ਬਰਾਬਰ ਬੈਠ ਗਿਆ, ਮੇਰੇ ਨਾਲ ਭੋਜਨ ਕਰ ਲਵੇਗਾ, ਮੇਰੇ ਤੇ ਉਸ ਦਾ ਪਰਛਾਵਾਂ ਪੈ ਜਾਵੇਗਾ, ਮੈਂ ਭਿੱਟਿਆ ਜਾਵਾਂਗਾ। ਖੁਦ ਭਿੱਟਿਆ ਹੋਇਆ ਹੈ ਉਹ ਮਨੁੱਖ, ਖੁਦ ਨਿਘਾਰਤਾ ਦੇ ਵਿੱਚ, ਗਲਾਨਤਾ ਦੇ ਵਿੱਚ, ਕਹਿ ਲੋ ਡੂੰਗੀ ਖਾਈ ਦੇ ਵਿੱਚ ਡਿੱਗਿਆ ਪਿਆ, ਕਿਉਂਕਿ ਜੀਵਨ ਸੁਚੱਜਾ ਨਹੀਂ ਨਾ। ਇੰਨੀ ਨਕੰਮੀ ਸੋਚ, ਮਾੜੀ ਸੋਚ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਰਾਬਰਤਾ ਬਖਸ਼ਿਸ਼ ਕੀਤੀ ਜੀ। ਨਾਲ ਲੈ ਕਰ ਤੁਰਨਾ ਕੀਤਾ, ਆਪਣੇ ਸਾਥੀ ਲਏ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ, ਇਕੱਠੇ ਲੈ ਕਰ ਤੁਰੇ ਹਨ। ਜਾਤ ਪਾਤ ਦਾ, ਧਰਮ ਦਾ ਵਖਰੇਵਾਂ ਸਾਰਾ ਹਟਾ ਦਿੱਤਾ ਤੇ ਆਖਿਆ ਇਹ ਤਾਂ ਮੇਰੇ ਭਾਈ ਹਨ। ਉਹਨਾਂ ਸਮਿਆਂ ਦੇ ਵਿੱਚ ਫਿਰ ਮਨੁੱਖਾਂ ਦੇ ਇਸੇ ਹੀ ਰੂਪ ਦੇ ਵਿੱਚ ਆਪਣੀ ਮਰਜ਼ਾਦਾ ਤੇ ਜਾਂ ਫਿਰ ਧਰਮ ਬਣੇ ਹੋਏ ਸਨ। ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਪਹਿਲਾਂ ਸਾਰੀ ਉਹਨਾਂ ਦੀ ਗੱਲ ਜਿਹੜੀ ਹੈ ਉਹ ਸਾਹਮਣੇ ਰੱਖਣਾ ਕੀਤੀ ਕਿ ਯੋਗ ਸ਼ਬਦੰ ਗਿਆਨ ਸ਼ਬਦੰ, ਸ਼ਬਦ ਤੋਂ ਭਾਵ ਧਰਮ, ਭਾਵ ਮਰਜ਼ਾਦਾ, ਭਾਵ ਵਿਚਾਰ ਧਰਮ ਦਾ ਗਿਆਨ, ਜਾਂ ਜੋ ਗਿਆਨ ਦੀ ਪ੍ਰਾਪਤੀ ਹੈ ਨਾ, ਉਸ ਨੂੰ ਸ਼ਬਦੰ ਕਿਹਾ। ਧਰਮ ਜੋ ਹੈ ਜੋਗੀ ਦਾ ਜਿਹੜਾ ਧਰਮ ਹੈ ਨਾ, ਉਹ ਗਿਆਨ ਦੀ ਪ੍ਰਾਪਤੀ ਕਰਨੀ, ਤੇ ਵੇਦ ਸ਼ਬਦੰ ਬ੍ਰਾਹਮਣ ਹੈ, ਤੇ ਬ੍ਰਾਹਮਣ ਦਾ ਮੁੱਖ ਧਰਮ ਜਿਹੜਾ ਉਹ ਹੋ ਗਿਆ ਵੇਦਾਂ ਨੂੰ ਵਿਚਾਰਨਾ ਤੇ ਉਹਨਾਂ ਦੇ ਵਿੱਚੋਂ ਗਿਆਨ ਦੀ ਪ੍ਰਾਪਤੀ ਕਰਨੀ। ਖੱਤਰੀ ਸ਼ਬਦੰ ਸੂਰ ਸ਼ਬਦੰ, ਖੱਤਰੀ ਦਾ ਧਰਮ ਕਿ ਉਹ ਸੂਰਮਾ ਹੋਵੇ, ਸਾਰੀ ਸੰਸਾਰ ਦੀ ਸ੍ਰਿਸ਼ਟੀ ਦੀ ਜਾਂ ਜਿਤਨਾ ਵੀ ਉਸ ਦਾ ਅਧਿਕਾਰ ਖੇਤਰ ਹੈ ਉੱਥੇ ਉਹ ਪ੍ਰਜਾ ਦੀ ਰੱਖਿਆ ਕਰੇ ਰਾਜੇ ਦੇ ਰੂਪ ਦੇ ਵਿੱਚ। ਤੇ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਤੇ ਸ਼ੂਦਰ ਦਾ ਧਰਮ ਕਿ ਉਹ ਪਰਾਈ ਦੂਜਿਆਂ ਦੀ ਕਿਰਤ ਕਰੇ, ਉਹਨਾਂ ਦੀ ਨਿਰੰਤਰ ਸੇਵਾ ਕਰੇ। ਕੋਈ ਅਧਿਕਾਰ ਨਹੀਂ ਜੀਵਨ ਨੂੰ ਜਿਉਣ ਦਾ ਜੀ। ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਇਹ ਸਾਰੇ ਦੇ ਸਾਰੇ ਜਿਹੜੇ ਗੁਣ ਹਨ ਇੱਕ ਜਗ੍ਹਾ ਦੇ ਉੱਪਰ ਇਕੱਠੇ ਕੀਤੇ ਹਨ ਕਿ ਹੇ ਮਨੁੱਖ, ਹੇ ਜੀਵ, ਤੂੰ ਗਿਆਨ ਦੀ ਪ੍ਰਾਪਤੀ ਕਰ, ਧਰਮ ਨੂੰ ਪੜ੍ਹ, ਧਰਮ ਨੂੰ ਵਿਚਾਰ। ਤੇਰੇ ਅੰਦਰ ਧਰਮ ਪ੍ਰਤੀ ਤੇ ਸੰਸਾਰਿਕ ਦੁਨੀਆ ਪ੍ਰਤੀ ਜਿਹੜੀ ਵਿਦਿਆ ਹੈ ਨਾ, ਉਸ ਦੀ ਪ੍ਰਾਪਤੀ ਦੀ ਚਾਹਤ ਹੋਵੇ। ਦੁਨਿਆਵੀ ਗਿਆਨ ਵੀ ਪ੍ਰਾਪਤ ਕਰ ਤੇ ਧਰਮ ਦਾ ਵੀ ਗਿਆਨ ਪ੍ਰਾਪਤ ਕਰ। ਤਾਂ ਇੱਕੋ ਸਮਾਂ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਬੈਠ ਕਰ ਬਾਣੀ ਪੜ੍ਹਦਾ, ਨਿਤਨੇਮ ਕਰਦਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਹਨ ਕਿ ਵਰਨ ਵੰਡ ਦੇ ਅਨੁਸਾਰ ਜਿਹੜਾ ਪਹਿਲਾ ਸਰਮੋਰ ਕਾਰਜ ਸੀ ਨਾ ਬ੍ਰਾਹਮਣ ਵਾਲਾ, ਉਹ ਵੀ ਤੇਰਾ ਇੱਕ ਜੀਵਨ ਹੈ। ਫਿਰ ਸਵੈ ਰੱਖਿਆ ਵਾਸਤੇ ਤਿਆਰ ਰਹਿ। ਸਤਿਗੁਰੂ ਜੀ ਨੇ ਸ਼ਸਤਰਧਾਰੀ ਹੋਣ ਵਾਸਤੇ ਆਖਿਆ ਤੇ ਇਹ ਵੀ ਸਮਝਾ ਦਿੱਤਾ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪੱਤ ਲੁਹਾ ਕੇ ਜਿਉਣਾ, ਕੋਈ ਆਇਆ ਹੈ ਪੱਤ ਰੋਲ ਕੇ ਚਲਿਆ ਗਿਆ, ਧੀਆਂ ਭੈਣਾਂ ਨੂੰ ਬੇਇੱਜ਼ਤ ਕਰਦਾ ਹੋਵੇ ਤੇ ਅਸੀਂ ਮਾਲਾ ਫੜ ਕੇ ਬੈਠੇ ਹੋਈਏ ਤੇ ਜਾਂ ਫਿਰ ਆਖੀਏ ਕਿ ਅਸੀਂ ਕੁਝ ਨਹੀਂ ਕਰ ਸਕਦੇ, ਤੇ ਸਤਿਗੁਰੂ ਜੀ ਆਖਦੇ ਹਨ ਫਿਰ ਤੇਰਾ ਉਹ ਜਿਉਣਾ ਕਾਹਦਾ ਹੈ। ਸ਼ਸਤਰਧਾਰੀ ਹੋ ਕੇ ਜਿਉਣ ਵਾਸਤੇ ਸਤਿਗੁਰੂ ਜੀ ਨੇ ਸਮਝਾਇਆ ਫਿਰ ਕਿਰਤ ਕਰ। ਸਮੁੱਚੀ ਸ੍ਰਿਸ਼ਟੀ ਦੇ ਵਿੱਚ ਹਰੇਕ ਜੀਵ, ਹਰੇਕ ਹੀ ਕਾਰਜ ਜਿਹੜਾ ਹਰੇਕ ਹੀ ਜੀਵ ਹੈ ਨਾ, ਰੁੱਖ ਆਦਿਕ ਹਨ, ਉਹ ਕਿਰਤ ਕਰਦੇ ਪਏ ਹਨ। ਰੁੱਖ ਆਪਣੀ ਕਿਰਤ ਕਰਦੇ, ਜ਼ਮੀਨ ਦੇ ਵਿੱਚੋਂ ਭੋਜਨ ਪ੍ਰਾਪਤ ਕਰਦੇ, ਤੇ ਮਨੁੱਖ ਤੂੰ ਮੰਗਤਾ ਕਿਉਂ ਬਣਿਆ ਹੈ? ਦੂਜਿਆਂ ਦੇ ਘਰਾਂ ਦੇ ਵਿੱਚ ਮੰਗ ਮੰਗ ਕੇ ਕਿਉਂ ਖਾਂਦਾ ਹੈ? ਆਪਣੀ ਜੋਗੀ ਕਿਰਤ ਕਰ। ਜਿਹੜੇ ਧਾਰਮਿਕ ਲਿਬਾਸ ਪਹਿਨ ਕੇ ਇਸ ਪ੍ਰਕਾਰ ਦਾ ਕਾਰਜ ਕਰਦੇ, ਸਤਿਗੁਰੂ ਜੀ ਨੇ ਉਹਨਾਂ ਦੇ ਸੰਬੰਧੀ ਸਾਨੂੰ ਫਿਰ ਸਮਝਾਇਆ ਕਿ ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਮਖੱਟੂ ਹੋਇ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ। ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨ ਲੱਗੀਆਂ ਪਾਏ। ਘਾਲ ਖਾਏ ਕਿਛ ਹੱਥੋਂ ਦੇਹ, ਨਾਨਕ ਰਾਹ ਪਛਾਣੇ ਸੇ। ਸਤਿਗੁਰੂ ਜੀ ਆਖਦੇ ਜੋ ਆਪ ਕਿਰਤ ਕਰਦਾ ਫਿਰ ਕਿਸੇ ਲੋੜਵੰਦ ਦੀ ਮਦਦ ਵੀ ਕਰਦਾ ਨਾ, ਅਸਲੀ ਜੀਵਨ ਦਾ ਜਿਹੜਾ ਰਾਹ ਹੈ ਉਸਨੇ ਪਹਿਚਾਣਿਆ ਹੋਇਆ ਹੈ। ਤੇ ਜਿਹੜੇ ਧਾਰਮਿਕ ਆਪਣੇ ਆਪ ਨੂੰ ਦੱਸਦੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਮੰਗਣ ਜਾਂਦੇ, ਉਹ ਸੁਚੱਜਾ ਜੀਵਨ ਨਹੀਂ ਹੈ। ਤੇ ਨਾਲ ਨਾਲ ਫਿਰ ਜਿੱਥੇ ਕਿਰਤ ਕਰਨੀ ਹੈ ਨਾ, ਉੱਥੇ ਸੇਵਾ ਵੀ ਕਰਨੀ ਹੈ। ਫਿਰ ਜੋੜਿਆਂ ਦੀ ਸੇਵਾ ਕਰ,
ਝਾੜੂ ਦੀ ਸੇਵਾ ਕਰ, ਧਾਰਮਿਕ ਸਥਾਨ ਤੇ ਲੋੜਵੰਦਾਂ ਦੀ ਮਦਦ ਕਰ। ਤੇਰੇ ਵਿੱਚ ਸਾਰੇ ਹੀ ਗੁਣ ਹੋਵਨ, ਗਿਆਨ ਦੀ ਪ੍ਰਾਪਤੀ ਕਰਦਾ ਹੋਵੇਂ ਬ੍ਰਾਹਮਣ ਦੀ ਨਿਆਈ, ਸ਼ਸਤਰ ਧਾਰੀ ਹੋਵੇਂ ਖੱਤਰੀ ਦੀ ਨਿਆਈ, ਕਾਰੋਬਾਰੀ ਹੋਵੇਂ ਵੈਸ਼ ਦੀ ਨਿਆਈ, ਤੇ ਫਿਰ ਸਾਰਿਆਂ ਦੀ ਸੇਵਾ ਦੇ ਵਿੱਚ ਰੁੱਝਿਆ ਹੋਵੇਂ ਇੱਕ ਸ਼ੂਦਰ ਦੀ ਨਿਆਈ। ਤਾਂ ਸਾਰੇ ਗੁਣ ਮਿਲਾ ਕੇ, ਸਾਰੇ ਵਰਨ ਮਿਲਾ ਕਰ ਸਤਿਗੁਰੂ ਜੀ ਨੇ ਇੱਕ ਪੂਰਨ ਮਨੁੱਖ ਤਿਆਰ ਕੀਤਾ, ਜਿਸ ਨੂੰ ਸਤਿਗੁਰੂ ਜੀ ਨੇ ਸਿੱਖ ਆਖਿਆ ਜੀ। ਸਤਿਗੁਰੂ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਸ਼ਬਦ ਸਮਝਾ ਰਹੇ ਹਨ ਕਿ ਹਰੇਕ ਦਾ ਧਰਮ ਹੋ ਗਿਆ, ਪਰ ਸਰਬ ਧਰਮ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭਇਓ। ਪਰ ਸਾਰੀ ਸ੍ਰਿਸ਼ਟੀ ਦਾ ਇੱਕ ਹੀ ਧਰਮ ਹੈ, ਕੁਦਰਤ ਦਾ ਇੱਕ ਹੀ ਨਿਯਮ ਹੈ, ਉਹ ਹੈ ਗਿਆਨ ਦੀ ਪ੍ਰਾਪਤੀ ਕਰਨੀ, ਪਰਮਾਤਮਾ ਸੰਬੰਧੀ ਉਸ ਦੇ ਭੇਦ ਨੂੰ ਜਾਣਨਾ। ਉਸ ਵਾਸਤੇ ਗਿਆਨ ਦੀ ਪ੍ਰਾਪਤੀ ਕਰਦਿਆਂ ਹੋਇਆਂ ਬਰਾਬਰਤਾ ਦਾ ਜਿਹੜਾ ਨਿਯਮ ਹੈ ਉਸ ਨੂੰ ਵੀ ਰੱਖਣਾ ਹੈ। ਸਮੁੱਚੀ ਸ੍ਰਿਸ਼ਟੀ ਦਾ ਇੱਕ ਹੀ ਧਰਮ, ਸਾਰਿਆਂ ਦਾ ਮੁੱਖ ਧਰਮ ਕਿ ਮਾਲਕ ਵਾਹਿਗੁਰੂ ਜੀ ਦੇ ਨਾਮ ਨੂੰ ਯਾਦ ਕੀਤਾ ਜਾਵੇ, ਭੇਦ ਭਾਵ ਤੋਂ ਪਰੇ ਹੋ ਕਰ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਤੇ ਜਿਹੜਾ ਫਿਰ ਗਿਆਨ ਦੀ ਪ੍ਰਾਪਤੀ ਕਰਦਾ, ਊਚ ਨੀਚ ਦੇ ਭੇਦ ਤੋਂ ਪਰੇ ਹੋ ਕੇ ਤੇ ਮਾਲਕ ਦਾ ਸਿਮਰਨ ਕਰਦਾ ਨਾ, ਗੁਰੂ ਪਾਤਸ਼ਾਹ ਮਹਾਰਾਜ ਜੀ ਆਖਦੇ ਕਿ ਮੈਂ ਉਸ ਦਾ ਸੇਵਕ ਹਾਂ, ਤੇ ਉਹ ਮਾਲਕ ਵਾਹਿਗੁਰੂ ਜੀ ਦਾ ਹੀ ਰੂਪ ਹੋ ਜਾਂਦਾ ਹੈ। ਅਗਲੇ ਸ਼ਲੋਕ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ ਹਨ, ਏਕ ਕ੍ਰਿਸ਼ਨ ਸਰਬ ਦੇਵਾ ਦੇਵ ਦੇਵਤਾ ਆਤਮਾ। ਕ੍ਰਿਸ਼ਨ ਭਾਵ ਜੋ ਪ੍ਰਮਾਤਮਾ ਹੈ, ਉਹ ਸਾਰੇ ਹੀ ਦੇਵਤਿਆਂ ਦੇ ਵਿੱਚ ਤੇ ਜਿਹੜੇ ਵੱਡੇ ਪ੍ਰਮੁੱਖ ਦੇਵਤੇ ਹਨ ਉਹਨਾਂ ਦੇ ਵਿੱਚ ਵੀ ਵਸਿਆ ਹੋਇਆ, ਭਾਵ ਉਹਨਾਂ ਦੀ ਆਤਮਾ ਹੈ, ਕਿਉਂਕਿ ਸਾਰਿਆਂ ਦੇ ਵਿੱਚ ਵਸਿਆ ਪਰਮਾਤਮਾ ਜੀ। ਤੇ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਉਹ ਖੁਦ ਇੱਕ ਪਰਮਾਤਮਾ ਦੀ ਪੂਜਾ ਕਰਦੇ ਉਸ ਦੇ ਹੁਕਮ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਵੀ ਉਹ ਹੀ ਆਤਮਾ। ਸਤਿਗੁਰੂ ਜੀ ਸਮਝਾਉਂਦੇ ਹਨ, ਆਤਮਾ ਬਸ ਦੇ ਵਸ ਜੇ ਕੋ ਜਾਣੇ ਭਇਓ। ਤੇ ਇਹ ਜਿਹੜੀ ਆਤਮਾ ਹੈ ਨਾ, ਭਾਵ ਜੋ ਆਤਮਾ ਦਾ ਭੇਦ ਹੈ ਨਾ, ਉਹ ਮਾਲਕ ਵਾਹਿਗੁਰੂ ਜੀ ਦੇ ਵਸ ਦੇ ਵਿੱਚ, ਭਾਵ ਜਿਸ ਮਨੁੱਖ ਨੇ ਇਸ ਭੇਦ ਨੂੰ ਜਾਣ ਲਿਆ ਕਿ ਆਤਮਾ ਦਾ ਭੇਦ ਕੀ, ਪ੍ਰਭੂ ਦੀ ਆਤਮਾ ਦਾ ਭੇਦ ਕੀ, ਤੇ ਕਿਸ ਪ੍ਰਕਾਰ ਸਮੁੱਚੇ ਜੀਵਾਂ ਦੇ ਵਿੱਚ ਵਸਦੀ ਹੈ ਨਾ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦਿਓ। ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਆਖਦੇ ਹਨ, ਜਿਸ ਨੇ ਇਸ ਆਤਮਾ ਦੇ ਭੇਦ ਨੂੰ ਵੀ ਜਾਣ ਲਿਆ ਨਾ, ਉਹ ਫਿਰ ਪਰਮਾਤਮਾ ਦਾ ਰੂਪ ਹੋ ਗਿਆ, ਤੇ ਅਸੀਂ ਉਸ ਦੇ ਸੇਵਕ ਹੋਵਾਂਗੇ, ਦਾਸ ਹੋਵਾਂਗੇ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਅਗਲੇ ਸ਼ਬਦ ਦੇ ਵਿੱਚ ਇੱਕ ਉਦਾਹਰਨ ਦੇ ਰਾਹੀਂ ਸਾਨੂੰ ਬਖਸ਼ਿਸ਼ ਕਰਦੇ ਹਨ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਜਿਹੜਾ ਪਾਣੀ ਹੈ ਨਾ, ਜੇਕਰ ਉਸ ਨੂੰ ਇਕੱਠਾ ਕਰਕੇ ਰੱਖਣਾ ਹੈ ਨਾ, ਉਹ ਕਿਸੇ ਨਾ ਕਿਸੇ ਘੜੇ ਦੀ ਲੋੜ ਪਵੇਗੀ। ਧਰਤੀ ਦੇ ਉੱਪਰ ਬੇਸ਼ੱਕ ਪਾਣੀ ਬਹੁਤ ਜ਼ਿਆਦਾ ਦਰਿਆਵਾਂ ਦੇ ਵਿੱਚ ਵਹਿ ਰਿਹਾ, ਪਰ ਉਹ ਇਕੱਠਾ ਨਹੀਂ ਹੈ, ਉਹ ਖਿਲਰਿਆ ਹੋਇਆ ਹੈ। ਜ਼ਮੀਨ ਦੇ ਉੱਪਰ ਅਸੀਂ ਆਖੀਏ ਪਾਣੀ ਰੱਖਣਾ, ਗਲਾਸ ਭਰ ਕੇ ਰੋੜ ਦਈਏ, ਤੇ ਉਹ ਪ੍ਰਾਪਤ ਨਹੀਂ ਹੋਵੇਗਾ। ਪਰ ਜੇਕਰ ਉਸ ਦੀ ਸੁਚੱਜੀ ਵਰਤੋਂ ਕਰਨੀ ਹੈ ਨਾ, ਉਸ ਨੂੰ ਇੱਕ ਜਗ੍ਹਾ ਦੇ ਉੱਪਰ ਰੱਖਣਾ ਪਵੇਗਾ, ਕਿਸੇ ਬਰਤਨ ਦੇ ਵਿੱਚ, ਕਿਸੇ ਕੁੰਭ ਦੇ ਵਿੱਚ, ਭਾਂਡੇ ਦੇ ਵਿੱਚ, ਉਸ ਕੁੱਜੇ ਦੇ ਵਿੱਚ। ਤੇ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਪਾਣੀ ਤੋਂ ਬਿਨਾਂ ਜਿਹੜਾ ਉਹ ਕੁੰਭ ਹੈ ਨਾ, ਘੜਾ ਹੈ, ਉਹ ਵੀ ਤਿਆਰ ਨਹੀਂ ਹੁੰਦਾ। ਕੁੰਭ ਦੇ ਵਿੱਚ ਹੀ ਪਾਣੀ ਨੂੰ, ਘੜੇ ਦੇ ਵਿੱਚ ਹੀ ਪਾਣੀ ਨੂੰ ਰੱਖਿਆ ਜਾ ਸਕਦਾ ਹੈ। ਤੇ ਗਿਆਨ ਕਾ ਬੱਧਾ ਮਨ ਰਹੇ। ਹੁਣ ਜਿਹੜਾ ਮਨ ਹੈ ਨਾ, ਇਹ ਤਾਂ ਭਟਕਦਾ ਫਿਰਦਾ ਹੈ, ਭੱਜਾ ਫਿਰਦਾ, ਦੋ ਫਾੜ ਹੈ। ਕੱਲ ਵਾਲੀ ਪੌੜੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਸੀ, ਸਮਝਾਇਆ ਸੀ ਕਿ ਭਾਈ ਜੇਕਰ ਇੱਕ ਹੋਏ ਤਾਂ ਹੀ ਮਨੁੱਖ, ਜਿਹੜਾ ਮਨ ਹੈ ਨਾ, ਇੱਕ ਹੋਵੇਗਾ, ਫਿਰ ਹੀ ਉਗਵੇਗਾ। ਤੇ ਜੇਕਰ ਦੁਵਿਧਾ ਦੇ ਵਿੱਚ ਹੈ ਤੇ ਕਿਸੇ ਪ੍ਰਕਾਰ ਨਹੀਂ ਉਗ ਸਕਦਾ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਭਾਈ ਇਸੇ ਹੀ ਗਿਆਨ ਦਾ ਬੱਧਾ ਹੋਇਆ ਫਿਰ ਮਨ ਰਹਿ ਸਕਦਾ ਹੈ। ਤੇ ਗੁਰ ਬਿਨ ਗਿਆਨ ਨਾ ਹੋਏ, ਪਰ ਮਨ ਜਿਹੜਾ ਨਾ, ਉਹ ਗਿਆਨ ਤੋਂ ਬਿਨਾ ਨਹੀਂ ਰਹਿ ਸਕਦਾ। ਤੇ ਮਨ ਹੋਣਾ, ਜੇ ਮਨ ਦੇ ਵਿੱਚ ਸੋਚ ਹੀ ਨਹੀਂ ਗਿਆਨ ਦੀ ਪ੍ਰਾਪਤੀ ਦੀ, ਤੇ ਫਿਰ ਗਿਆਨ ਕਿਵੇਂ ਪ੍ਰਾਪਤ ਹੋਵੇਗਾ? ਤੇ ਉਹ ਗਿਆਨ ਗੁਰੂ ਜੀ ਦੇ ਕੋਲੋਂ ਹੀ ਪ੍ਰਾਪਤ ਹੋ ਸਕਦਾ ਹੈ। ਪੌੜੀ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਕਿ ਪੜਿਆ ਹੋਵੈ ਗੁਣਹੰਕਾਰ ਤਾਂ ਓਮੀ ਸਾਧ ਨ ਮਾਰੀਐ।
ਮਨੁੱਖ ਦੀ ਇੱਕ ਸੁਭਾਅ ਸ਼ੈਲੀ ਹੈ ਜੀ ਕਿ ਅਸੀਂ ਆਖਦੇ ਫਲਾਣੇ ਮਨੁੱਖ ਦੇ ਵਿੱਚ ਗੁਣ ਬੜੇ, ਇੱਕ ਜਿਹੜਾ ਉਹਦਾ ਔਗਣ ਹੈ ਛੱਡ ਦੇਣਾ ਚਾਹੀਦਾ ਹੈ। ਪਰ ਇਹ ਨਹੀਂ ਕਿ ਉਸ ਕਰਕੇ ਕਿਸੇ ਹੋਰ ਨੂੰ ਸਜ਼ਾ ਪ੍ਰਾਪਤ ਹੋ ਜਾਵੇ ਜੀ। ਜੇ ਕੋਈ ਪੜ੍ਹਿਆ ਲਿਖਿਆ ਮਨੁੱਖ ਮਾੜਾ ਕੰਮ ਕਰਦਾ ਹੈ ਨਾ, ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਸ ਦੇ ਕੋਲੋਂ ਹੋ ਜਾਵੇ ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਉਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਮਨੁੱਖ ਦਾ ਇਹ ਹਾਲ ਤਾਂ ਅਨਪੜ੍ਹ ਦਾ ਕੀ ਬਣੇਗਾ। ਕਿਉਂਕਿ ਜੇ ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰਨੀ ਪਵੇਗੀ। ਨਬੇੜਾ ਮਨੁੱਖ ਦੀ ਕਮਾਈ ਕਿਰਤ ਦੇ ਉੱਪਰ ਹੁੰਦਾ, ਪੜ੍ਹਨ ਨਾ ਪੜ੍ਹਨ ਦਾ ਮੁੱਲ ਨਹੀਂ ਪੈਂਦਾ ਹੈ। ਗਿਆਨ ਦੀ ਪ੍ਰਾਪਤੀ ਬੜੀ ਲੋੜੀਂਦੀ ਹੈ। ਦੁਨਿਆਵੀ ਰੂਪ ਦੇ ਵਿੱਚ ਵਿਦਿਆ ਪੜ੍ਹਨੀ ਅਤਿਅੰਤ ਜ਼ਰੂਰੀ ਹੈ। ਪਰ ਜੇਕਰ ਇਹ ਅਸੀਂ ਆਖ ਦਈਏ ਕਿ ਕੋਈ ਪੜ੍ਹਿਆ ਲਿਖਿਆ ਮਨੁੱਖ ਜਿਸ ਨੂੰ ਕੋਈ ਸੋਝ ਪ੍ਰਾਪਤ ਹੈ ਉਹ ਗਲਤ ਕਾਰਜ ਕਰੇ ਤੇ ਆਖੀਏ ਕਿ ਇਸ ਦੀ ਜਗ੍ਹਾ ਤੇ ਅਨਪੜ੍ਹ ਨੂੰ ਮਾਰ ਪਵੇਗੀ, ਉਸ ਨੂੰ ਘਬਰਾਉਣਾ ਨਹੀਂ ਚਾਹੀਦਾ। ਕਿਉਂਕਿ ਜਿਸ ਨੇ ਸਜ਼ਾ ਕੀ, ਜਿਸ ਨੇ ਮਾੜਾ ਕਾਰਜ ਕੀਤਾ ਸਜ਼ਾ ਉਸੇ ਨੂੰ ਪ੍ਰਾਪਤ ਹੋਵੇਗੀ। ਇੱਕ ਅਣਜਾਣ ਮਨੁੱਖ, ਇੱਕ ਅਨਪੜ੍ਹ ਮਨੁੱਖ ਕੋਈ ਗਲਤੀ ਕਰੇ ਨਾ, ਤੇ ਕਿਹਾ ਜਾਂਦਾ ਹੈ ਆਮ ਸਮਾਜ ਦੇ ਵਿੱਚ ਕਿ ਇਸ ਨੂੰ ਪਤਾ ਨਹੀਂ ਸੀ। ਤੇ ਜਿਹੜਾ ਪੜ੍ਹਿਆ ਲਿਖਿਆ ਮਨੁੱਖ ਗਿਆਨਵਾਨ ਅਗਰ ਗਲਤੀ ਕਰੇ ਨਾ, ਤੇ ਫਿਰ ਉਸ ਦੀ ਸਜ਼ਾ ਬਣਦੀ ਹੈ। ਕਿਉਂਕਿ ਅਸੀਂ ਆਖ ਸਕਦੇ ਹਾਂ ਤੂੰ ਤੇ ਸਾਰਾ ਕੁਝ ਜਾਣਦਾ ਸੀ, ਇਹ ਤਾਂ ਅਣਜਾਣ ਸਨ, ਨਹੀਂ ਸੀ ਪਤਾ, ਪਰ ਤੈਨੂੰ ਤਾਂ ਪਤਾ ਸੀ, ਤੂੰ ਪੜ੍ਹਿਆ ਲਿਖਿਆ ਸੀ, ਜਾਣਦਾ ਸੀ, ਫਿਰ ਵੀ ਜਾ ਕੇ ਤੂੰ ਇਹ ਗੁਨਾਹ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਮਨੁੱਖ ਦਾ ਸੁਭਾਅ ਹੈ ਜਾਣਤ ਹੀ ਔਗਣ ਕਰੇ, ਜਾਣਦਿਆਂ ਹੋਇਆਂ ਵੀ ਗੁਨਾਹ ਕਰਦਾ ਤੇ ਫਿਰ ਸਜ਼ਾ ਤਾਂ ਬਣਦੀ। ਮਾਲਕ ਜੀ ਸਮਝਾਉਂਦੇ ਹਨ ਕਿ ਭਾਈ ਪੜ੍ਹਿਆ ਅਗਰ ਗੁਨਾਹਗਾਰ ਹੋਵੇ ਤੇ ਸਜ਼ਾ ਉਸੇ ਨੂੰ ਮਿਲੇਗੀ। ਕਿਉਂਕਿ ਮਾਲਕ ਦੀ ਦਰਗਾਹ ਦੇ ਵਿੱਚ ਕਿਰਤ ਵੇਖੀ ਜਾਵੇਗੀ, ਮਨੁੱਖ ਦੇ ਕਰਮ ਵੇਖੇ ਜਾਵਣਗੇ। ਉਥੇ ਤਾਂ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ। ਉਥੇ ਜਿਸ ਨੇ ਗਿਆਨ ਪ੍ਰਾਪਤ ਕਰ ਲਿਆ ਨਾ, ਉਸ ਨੂੰ ਹੀ ਫਿਰ ਮੁਕਤੀ ਦੀ ਪ੍ਰਾਪਤੀ ਹੋਵੇਗੀ। ਪੜ੍ਹਿਆ ਅਨਪੜ੍ਹਿਆ ਇਹ ਨਹੀਂ ਵੇਖਿਆ ਜਾਵੇਗਾ। ਬਾਹਰੀ ਗਿਆਨ ਦੀ ਉਥੇ ਕੋਈ ਵੈਲਿਊ ਨਹੀਂ, ਜਿੰਨੀ ਆਤਮਿਕ ਗਿਆਨ ਦਾ ਉਥੇ ਮੁੱਲ ਪੈਂਦਾ ਹੋਵੇਗਾ। ਮਾਲਕ ਜੀ ਸਮਝਾਉਂਦੇ ਜਿਹਾ ਘਾਲਾ ਘਾਲੇ ਘਾਲਣਾ ਤੇ ਵੇਹੋ ਨਾ ਉਪਚਾਰੀਏ। ਹੁਣ ਜਿਸ ਪ੍ਰਕਾਰ ਦਾ ਮਨੁੱਖ ਕਾਰਜ ਕਰਦਾ ਹੋਵੇਗਾ ਨਾ, ਜਿਸ ਪ੍ਰਕਾਰ ਦੇ ਉਸਦੇ ਕਰਮ ਹੋਵਣਗੇ, ਕਰਤੂਤ ਹੋਵੇਗੀ ਨਾ, ਉਸੇ ਹੀ ਪ੍ਰਕਾਰ ਦਾ ਉਸਦਾ ਨਾਮ ਉੱਗਾ ਹੋਵੇਗਾ। ਇੱਕ ਦਾਨੀ ਮਨੁੱਖ ਹੋਵੇਗਾ ਨਾ, ਦਾਨ ਕਰਦਾ ਹੋਵੇਗਾ, ਤੇ ਉਸ ਨੂੰ ਉਸੇ ਹੀ ਪ੍ਰਕਾਰ ਦੇ ਨਾਮ ਦੇ ਨਾਲ ਬੁਲਾਇਆ ਜਾਵੇਗਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆ। ਜਿਵੇਂ ਦੀ ਕਿਰਤ ਹੋਵੇਗੀ, ਕੋਈ ਖੇਤੀ ਕਰਦਾ ਤੇ ਉਸ ਨੂੰ ਵਾਹੀਵਾਨ ਕਿਹਾ ਜਾਵੇਗਾ, ਜਿਹੜਾ ਲੋਹੇ ਦਾ ਕੰਮ ਕਰਦਾ ਉਸ ਨੂੰ ਲੋਹਾਰ ਕਿਹਾ ਜਾਵੇਗਾ, ਲੱਕੜ ਦੇ ਕਾਰਜ ਕਰਨ ਵਾਲੇ ਨੂੰ ਤਰਖਾਨ ਕਿਹਾ ਜਾਵੇਗਾ। ਜਿਵੇਂ ਜਿਵੇਂ ਕਿਸੇ ਦੇ ਕਾਰਜ ਬਾਅਦ ਵਿੱਚ ਜਾਤਾਂ ਬਣ ਜਾਣ ਤੇ ਉਹ ਵੱਖਰਾ ਕਾਰਜ ਹੈ ਜੀ, ਨਾਮ ਵੀ ਉਸੇ ਪ੍ਰਕਾਰ ਪ੍ਰਸਿੱਧ ਹੋਵੇਗਾ। ਪਾਪੀ ਨੂੰ ਪਾਪੀ ਕਿਹਾ ਜਾਵੇਗਾ ਉਸ ਦੇ ਕੰਮਾਂ ਕਰਕੇ, ਪੁੰਨ ਕਰਨ ਵਾਲੇ ਨੂੰ ਪੁੰਨੀ ਕਿਹਾ ਜਾਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਜਿਸ ਪ੍ਰਕਾਰ ਦੀ ਕਰਤੂਤ ਉਹ ਹੀ ਉਸ ਦਾ ਨਾਮ ਹੋਵੇਗਾ। ਐਸੀ ਕਲਾ ਨਾ ਖੇਡੀ ਹੈ ਜੇ ਦਰਗਾਹ ਗਿਆ ਹਾਰੀਏ। ਭੁੱਲ ਕੇ ਵੀ ਐਸਾ ਕਾਰਜ ਨਾ ਕੀਤਾ ਜਾਵੇ ਕਿ ਭਾਈ ਅਗਾਹਾਂ ਦਰਗਾਹ ਦੇ ਵਿੱਚ ਜਾ ਕਰ ਮਨੁੱਖਾ ਜੀਵਨ ਦੀ ਬਾਜੀ ਹਾਰ ਜਾਈਏ। ਚੰਗੇ ਕਾਰਜ ਕੀਤੇ ਜਾਵਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ, ਬਖਸ਼ਿਸ਼ ਕੀਤੀ ਕਿ ਜੋ ਅਸੀਂ ਬੀਜਦੇ ਹਾਂ ਫਲ ਤਵੇਹੋ ਪਾਈਐ, ਜਵੇਹੀ ਕਾਰ ਕਮਾਈਏ। ਫਲ ਵੀ ਉਹ ਪ੍ਰਾਪਤ ਹੋਵੇਗਾ ਜਿਸ ਪ੍ਰਕਾਰ ਦੀ ਅਸੀਂ ਕਾਰਜ ਕਰਦੇ ਹਾਂ। ਤੇ ਐਸੀ ਕਲਾ ਨਾ ਖੇਡੀਏ ਜੇ ਦਰਗਾਹ ਗਿਆ ਹਾਰੀਏ। ਭੁੱਲ ਕੇ ਵੀ ਭਾਈ ਫਿਰ ਐਸਾ ਕੰਮ ਨਾ ਕੀਤਾ ਜਾਵੇ, ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਏ। ਭੁੱਲ ਕੇ ਵੀ ਮੂਲ ਤੋਂ ਹੀ ਇਹ ਕੰਮ ਨਾ ਕੀਤਾ ਜਾਵੇ ਕਿ ਬਾਅਦ ਵਿੱਚ ਪਛਤਾਉਣਾ ਪਵੇ। ਤੇ ਕਦੇ ਵੀ ਜ਼ਿੰਦਗੀ ਨੂੰ ਜਿਉਂਦਿਆਂ ਐਸਾ ਕੰਮ ਨਾ ਕਰੀਏ ਕਿ ਦਰਗਾਹ ਦੇ ਵਿੱਚ ਬਾਜ਼ੀ ਹਾਰ ਕੇ ਪਹੁੰਚੀਏ। ਪੜ੍ਹਿਆ ਅਤੇ ਓਮੀਆ ਵਿਚਾਰ ਅੱਗੇ ਵਿਚਾਰੀਏ। ਪੜ੍ਹਿਆ ਤੇ ਅਨਪੜ੍ਹ ਜਿਹੜਾ ਮਨੁੱਖ ਹੈ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਹਨ ਕਿ ਮਾਲਕ ਦੀ ਦਰਗਾਹ ਦੇ ਵਿੱਚ ਤਾਂ ਕੇਵਲ ਉਸ ਦੇ ਜਿਹੜੇ ਗੁਣ ਹਨ ਉਹਨਾਂ ਦੀ ਹੀ ਵਿਚਾਰ ਹੋਵੇਗੀ ਕਿ ਇਸ ਨੇ ਗੁਣ ਕਿਸ ਪ੍ਰਕਾਰ ਦੇ ਕੀਤੇ ਹਨ।
ਉਹਨਾਂ ਦੀ ਵਿਚਾਰ ਹੋਵੇਗੀ। ਮੋਹ ਚੱਲੈ ਸੋ ਅੱਗੇ ਮਾਰੀਐ। ਜੋ ਮਨੁੱਖ ਇਸ ਜਗਤ ਦੇ ਵਿੱਚ ਆਪਣੀ ਮਰਜ਼ੀ ਦੇ ਅਨੁਸਾਰ ਤੁਰਿਆ ਫਿਰਦਾ ਨਾ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ। ਇੱਥੇ ਤਾਂ ਥਾਂ ਥਾਂ ਤੇ ਮੂੰਹ ਮਾਰ ਲਿਆ, ਆਪਣੇ ਮੂੰਹ ਮਿੱਠਾ, ਮੀਆਂ ਮਿੱਠੂ ਬਣ ਗਿਆ। ਮੈਂ ਬੜਾ ਚੰਗਾ ਹਾਂ, ਮੈਂ ਬੜਾ ਚੰਗਾ, ਮੈਂ ਬੜਾ ਧਰਮੀ, ਮੈਂ ਬੜੇ ਚੰਗੇ ਕੰਮ ਕਰਦਾ। ਪਰ ਮਾਲਕ ਜਾਣਦਾ ਹੈ, ਇੱਥੇ ਤਾਂ ਮੂੰਹੋਂ ਬੜਾ ਕੁਝ ਆਪਣੇ ਆਪ ਨੂੰ ਸਵਾਰ ਕੇ ਦੱਸ ਦਿੱਤਾ, ਮਿੱਠਾ ਬਣ ਬਣ ਕੇ, ਝੁਕ ਝੁਕ ਕੇ ਵੀ ਦੱਸ ਦਿੱਤਾ। ਪਰ ਅੰਦਰ ਦੀ ਕਾਲਖ ਨੂੰ ਰੱਬ ਜਾਣਦਾ ਹੈ। ਉਹ ਜਾਣਦਾ ਹੈ ਕਿ ਬਾਹਰ ਚਿਹਰਾ ਕਿਸ ਪ੍ਰਕਾਰ ਦਾ, ਬਾਹਰੀ ਸ਼ਬਦ ਕਿਸ ਪ੍ਰਕਾਰ ਦੇ ਹਨ, ਤੇ ਅੰਦਰੋਂ ਜਿਹੜਾ ਮਨ ਹੈ ਉਹ ਕਿਸ ਪ੍ਰਕਾਰ ਦਾ। ਤੇ ਫਿਰ ਦਰਗਾਹ ਦੇ ਵਿੱਚ ਆਪਣੇ ਆਪ ਦੇ ਮਿੱਠੇ ਬਣਨ ਵਾਲੇ ਮਨੁੱਖ ਨੂੰ ਅਗਾਂਹ ਜਾ ਕੇ ਫਿਰ ਮਾਰ ਪਵੇਗੀ। ਮੋਹ ਚੱਲੈ ਸੋ ਅੱਗੇ ਮਾਰੀਐ। ਜੋ ਮਨੁੱਖ ਜਗਤ ਦੇ ਵਿੱਚ ਮਰਜ਼ੀ ਅਨੁਸਾਰ ਤੁਰਦਾ ਜੀ, ਮਾਲਕ ਜੀ ਆਖਦੇ ਹਨ ਕਿ ਅਗਾਂਹ ਉਸ ਨੂੰ ਫਿਰ ਇਸ ਦੇ ਕੰਮਾਂ ਕਰਕੇ, ਮਾੜੇ ਕਾਰਜਾਂ ਕਰਕੇ ਸਜ਼ਾਵਾਂ ਪ੍ਰਾਪਤ ਹੋਵਣਗੀਆਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਮਝਾਇਆ ਇਸ 12ਵੀਂ ਪੌੜੀ ਦੇ ਵਿੱਚ ਕਿ ਚੰਗੇ ਕੰਮ ਕੀਤੇ ਜਾਵਨ ਜੀ। ਐਸੀ ਕਲਾ ਨਾ ਖੇਡੀਐ ਜੇ ਦਰਗਾਹ ਗਿਆ ਹਾਰੀਐ। ਕਦੇ ਵੀ ਮਾੜੇ ਕਾਰਜ ਨਾ ਜ਼ਿੰਦਗੀ ਦੇ ਵਿੱਚ ਕੀਤੇ ਜਾਵਨ। ਚੰਗਾ ਬੀਜ ਬੀਜਿਆ ਜਾਵੇ, ਉਸੇ ਹੀ ਪ੍ਰਕਾਰ ਦਾ ਫਲ ਪ੍ਰਾਪਤ ਹੋਵੇਗਾ। ਸੋ ਚੰਗੇ ਕਾਰਜ ਕਰਦਿਆਂ ਹੋਇਆਂ ਮਾਲਕ ਦਾ ਨਾਮ ਜਪਿਆ ਜਾਵੇ, ਉਸ ਦੇ ਨਾਲ ਜੁੜਿਆ ਜਾਵੇ, ਤਾਂ ਕਿ ਇਹ ਜੋ ਮਨੁੱਖਾ ਸਰੀਰ, ਇਹ ਜੀਵਨ ਇੱਕ ਸਮਾਂ ਪ੍ਰਾਪਤ ਹੋਇਆ ਨਾ, ਇਥੋਂ ਬਾਜੀ ਜਿੱਤ ਕੇ ਜਾਂਦੇ ਹੋਈਏ, ਬਾਜੀ ਹਾਰ ਕੇ ਨਾ ਜਾਂਦੇ ਹੋਈਏ, ਸਾਰਾ ਕੁਝ ਗਵਾ ਕੇ ਨਾ ਜਾਈਏ। ਤਾਂ ਹੀ ਫਿਰ ਇਸ ਮਨੁੱਖਾ ਸਰੀਰ ਦਾ ਤੇ ਇਸ ਸੰਸਾਰ ਤੇ ਆਉਣ ਦਾ ਸਾਨੂੰ ਲਾਭ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਜੀ। ਦਰੋਂ ਘਰੋਂ ਸਿੱਖੀ, ਨਾਮਦਾਨ, ਭਰੋਸਾ ਦਾਨ ਬਖਸ਼ਿਸ਼ ਕਰਨ। ਪਰਿਵਾਰਾਂ ਦੇ ਵਿੱਚ ਆਪਸੀ ਪਰਸਪਰ ਪਿਆਰ, ਇਤਫਾਕ, ਸਲੂਕ ਦੀ ਦਾਤ ਬਖਸ਼ਿਸ਼ ਕਰਨ ਜੀ। ਸੰਸਾਰ ਦੇ ਭਲੇ ਵਾਸਤੇ, ਆਪਣੇ ਭਲੇ ਵਾਸਤੇ, ਆਂਢ ਗੁਆਂਢ ਦੇ ਭਲੇ ਵਾਸਤੇ, ਪਰਿਵਾਰ ਦੇ ਭਲੇ ਵਾਸਤੇ ਅਰਦਾਸ ਕਰਦਿਆਂ ਹੋਇਆਂ ਸਾਰੀ ਸੰਗਤ ਉਚਾਰਨ ਕਰੋ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਫਿਰ ਰਸਨਾ ਪਵਿੱਤਰ ਕਰੋ, ਉਚਾਰਨ ਕਰੋ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਜਾਵੇ ਜੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਪੜਿਆ ਆਤੈ ਓਮੀਆ, ਵਿਚਾਰ ਅੱਗੇ ਵਿਚਾਰੀਐ। ਮੋਹ ਚੱਲੈ ਸੋ ਅੱਗੇ ਮਾਰੀਐ, ਮੋਹ ਚੱਲੈ ਸੋ ਅੱਗੇ ਮਾਰੀਐ। ਸ਼ਬਦ ਦੀ ਵਿਚਾਰ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।